ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰਿ ਸੋਭਾ। ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾਹਰ। ਹਾਰ ਪਰਿਓ ਤਉ ਦੁਆਰੀ, ਲੇਖਾ ਛੋੜ ਅਲੇਖੈ ਛੁਟਹਿ। ਹਮ ਨਿਰਗੁਣ ਲੇਹੋ ਉਬਾਰੀ, ਸਦ ਬਖਸ਼ਿੰਦ ਸਦਾ ਮਿਹਰਬਾਨਾ। ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ। ਰਾਖ ਲਿਹੋ ਇਹ ਬਾਰੀ, ਨਾਨਕ ਦਾਸ ਸੰਤ ਪਾਛੈ ਪਰਿਓ। ਰਾਖ ਲਿਹੋ ਇਹ ਬਾਰੀ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਲ ਚੱਲ ਰਹੀ ਹੈ, ਔਰ ਉਸੇ ਲੜੀ ਦੇ ਅਧੀਨ ਜਪਜੀ ਸਾਹਿਬ ਦੀ ਵਿਚਾਰ ਕਰਦਿਆਂ ਹਾਲੇ ਤੱਕ 27 ਪੌੜੀਆਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਇਸ ਤੋਂ ਅਗਲੀਆਂ ਪੌੜੀਆਂ ਦੀ ਵਿਚਾਰ ਜੋ ਅੱਜ ਆਪਾਂ ਕਰਨੀ ਹੈ ਸਾਧ ਸੰਗਤ, ਔਰ ਇਹ ਗੱਲ ਆਪਾਂ ਭਲੀ ਭਾਂਤ ਜਾਣਦੇ ਹਾਂ ਕਿ ਕਥਾ ਪ੍ਰਾਰੰਭ ਕੀਤੀ ਹੈ ਸਤਿਗੁਰਾਂ ਦੀ ਦਇਆ ਸਦਕਾ, ਔਰ ਆਪਣੀ ਜ਼ਿਆਦਾਤਰ ਕੋਸ਼ਿਸ਼ ਇਹੀ ਆ ਵੀ ਆਪਾਂ ਅੱਖਰੀ ਅਰਥ ਹੀ ਕਰੀਏ। ਹਾਂ, ਜਿੱਥੇ ਕੋਈ ਭਾਵ ਸਮਝ ਨਾ ਆਵੇ ਉੱਥੇ ਥੋੜ੍ਹਾ ਜਿਹਾ ਭਾਵ ਅਰਥ ਜ਼ਰੂਰ ਆਪਾਂ ਖੋਲ੍ਹਦੇ ਹਾਂ, ਕਿਉਂਕਿ ਜਿਹੜੀ ਡਿਟੇਲਡ ਵਿਆਖਿਆ ਉਹ ਅਲੱਗ ਤੌਰ 'ਤੇ ਜਪਜੀ ਸਾਹਿਬ ਦੀ ਚੱਲ ਰਹੀ ਹੈ। ਤੋ ਇੱਥੇ ਆਪਾਂ ਅੱਖਰੀ ਅਰਥ ਹੀ ਕਰ ਰਹੇ ਹਾਂ ਤਾਂ ਕਿ ਸਾਨੂੰ ਸਹਿਜ ਪਾਠ ਕਰਦਿਆਂ ਘੱਟੋ ਘੱਟ ਅਰਥ ਜਿਹੜੇ ਆ ਉਹ ਮਨ ਦੇ ਵਿੱਚ ਚੱਲਦੇ ਰਹਿਣ। ਤੋ ਆਓ ਜਿੰਨੇ ਵੀ ਸਰੀਰ ਆਪਾਂ ਜੁੜ ਬੈਠੇ ਹਾਂ, ਸਤਿਗੁਰਾਂ ਦੀ ਬਖਸ਼ੀ ਫਤਿਹ ਵਿੱਚ ਹਾਜ਼ਰੀ ਭਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ ਵਿਚਾਰ ਕਰ ਰਹੇ ਹਾਂ, ਔਰ ਅੱਜ ਜਿਹੜੀਆਂ ਪੌੜੀਆਂ ਦੀ ਵਿਚਾਰ ਕਰਨੀ ਹੈ ਸਾਧ ਸੰਗਤ, 27 ਪੌੜੀਆਂ ਦੀ ਵਿਚਾਰ ਹੋਈ ਹੈ, ਔਰ ਅੱਜ ਆਪਾਂ ਯਤਨ ਕਰਨਾ ਵੀ ਅਗਲੀਆਂ 4 ਪੌੜੀਆਂ ਦੀ ਵਿਚਾਰ ਕਰਨੀ ਹੈ, ਕਿਉਂਕਿ ਇਸ ਤੋਂ ਬਾਅਦ ਜਿਹੜੀਆਂ ਅਗਲੀਆਂ 4 ਪੌੜੀਆਂ ਨੇ 28ਵੀਂ 29ਵੀਂ 30ਵੀਂ ਅਤੇ 31ਵੀਂ, ਇਹ 4 ਪੌੜੀਆਂ ਜਿਹੜੀਆਂ ਨੇ ਇਹਦਾ ਪ੍ਰਕਰਨ ਜਿਹੜਾ ਇੱਕੋ ਚੱਲਦਾ ਹੈ, ਕਿਉਂਕਿ ਜਿਵੇਂ ਜਿਵੇਂ ਪ੍ਰਕਰਨ ਚੱਲ ਰਹੇ ਨੇ ਉਵੇਂ ਉਵੇਂ ਆਪਾਂ ਫਿਰ ਵਿਚਾਰ ਕਰ ਰਹੇ ਹਾਂ। ਹਾਲਾਂਕਿ ਆਪਾਂ ਜਪਜੀ ਸਾਹਿਬ ਜੀ ਦੀ ਵਿਆਖਿਆ ਦੀ ਪ੍ਰਾਰੰਭਤਾ ਵੇਲੇ ਇਹ ਵਿਚਾਰ ਕੀਤੀ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਿੱਧਾਂ ਦੇ ਨਾਲ ਗੋਸ਼ਟੀ ਕੀਤੀ ਹੈ, ਵਿਚਾਰ ਕੀਤੀ ਹੈ। ਜਿੱਥੇ ਉਹ ਗੋਸ਼ਟੀ ਦੀ ਬਾਣੀ ਅਸੀਂ ਸਿੱਧ ਗੋਸ਼ਟ ਪੜ੍ਹਦੇ ਹਾਂ, ਉੱਥੇ ਸਾਡੇ ਸੰਪਰਦਾਵਾਂ ਇਹ ਮੰਨਦੀਆਂ ਨੇ ਵੀ ਜਪਜੀ ਸਾਹਿਬ ਦੀ ਸਾਰੀ ਜਿਹੜੀ ਬਾਣੀ ਹੈ ਇਹ ਸਿੱਧਾਂ ਦੇ ਨਾਲ ਵਿਚਾਰ ਹੈ। ਸਿੱਧਾਂ ਨੇ ਕੁਝ ਪਰਮਾਤਮਾ ਬਾਰੇ ਸਵਾਲ ਕੀਤੇ ਅਤੇ ਗੁਰੂ ਸਾਹਿਬ ਜੀ ਨੇ ਫਿਰ ਉਹਨਾਂ ਨੂੰ ਜਵਾਬ ਦਿੱਤੇ ਹੈ। ਪਰ ਆਹ ਜਿਹੜੀਆਂ 4 ਪੌੜੀਆਂ ਨੇ ਨਾ, ਇੱਥੇ ਤਾਂ ਫਿਰ ਹਰ ਇੱਕ ਵਰਗ ਦਾ ਵਿਦਵਾਨ ਇੱਕ ਮਤ ਹੈ ਕਿ ਇਹ 4 ਪੌੜੀਆਂ ਤਾਂ ਸਿੱਧਾਂ ਨਾਲ ਵਿਚਾਰ ਹੋਈਆਂ ਨੇ, ਇੱਥੇ ਸਭ ਇੱਕ ਮਤ ਨੇ। ਤੋ ਇਹ 4 ਪੌੜੀਆਂ ਜਿਹੜੀਆਂ, ਕਿਉਂਕਿ ਇਹਨਾਂ ਪੌੜੀਆਂ 'ਚ ਸਪਸ਼ਟ ਵੀ ਹੁੰਦਾ ਪਿਆ ਕਿ ਸਤਿਗੁਰੂ ਜੀ ਸਿੱਧਾਂ ਦੇ ਚਿੰਨ੍ਹਾਂ ਦੇ ਜਿਹੜੇ ਗਹਿਰੇ ਅਰਥ ਫਿਰ ਉਹਨਾਂ ਨੂੰ ਸਮਝਾਉਂਦੇ ਪਏ ਨੇ। ਔਰ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ ਸਾਧ ਸੰਗਤ, ਕਿਤੇ ਇਹ ਨਹੀਂ ਸਮਝ ਲੈਣਾ ਕਿ ਇਹ ਉਪਦੇਸ਼ ਕੇਵਲ ਜੋਗੀਆਂ ਨੂੰ। ਕਈ ਵਾਰੀ ਅਸੀਂ ਉਥਾਣਕਾ ਦੱਸਦੇ ਹਾਂ ਵੀ ਆਹ ਬਾਣੀ ਉਦੋਂ ਉਚਾਰਨ ਕੀਤੀ, ਉਹਨੂੰ ਉਪਦੇਸ਼ ਕੀਤਾ, ਅਤੇ ਸਾਡੇ ਮਨ ਵਿੱਚ ਇਹ ਕਦੀ ਵੀ ਨਹੀਂ ਆਉਣਾ ਚਾਹੀਦਾ ਵੀ ਇਹ ਉਪਦੇਸ਼ ਬਸ ਉਹਦੇ ਵਾਸਤੇ ਹੀ ਹੈ, ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ।
ਕਈ ਵਾਰੀ ਮਹਾਂਪੁਰਖ ਕਿਸੇ ਨੂੰ ਪਰਥਾਏ ਕਰਕੇ ਬੋਲਦੇ ਨੇ, ਕੋਈ ਸਾਹਮਣੇ ਬੈਠਾ ਉਪਦੇਸ਼ ਉਹਨੂੰ ਦਿੱਤਾ ਜਾ ਰਿਹਾ, ਪਰ ਮਹਾਂਪੁਰਖਾਂ ਦੇ ਬੋਲ ਕਿਸੇ ਇੱਕ ਮਨੁੱਖ ਤੱਕ, ਇੱਕ ਵਰਗ ਤੱਕ ਸੀਮਤ ਨਹੀਂ ਹੁੰਦੇ। ਕਈ ਵਾਰੀ ਉਪਦੇਸ਼ ਭਾਵੇਂ ਉਹ ਇੱਕ ਵਰਗ ਨੂੰ ਹੀ ਦੇ ਰਹੇ ਨੇ, ਪਰ ਉਪਦੇਸ਼ ਉਹਨਾਂ ਦਾ ਪੂਰੇ ਸੰਸਾਰ ਵਾਸਤੇ ਹੀ ਹੁੰਦਾ ਹੈ, ਕਿਉਂਕਿ ਉਹਨਾਂ ਦੇ ਬੋਲ ਸਭ ਲਈ ਸਾਂਝੇ ਹੁੰਦੇ ਨੇ। ਇਸ ਕਰਕੇ ਇਹ ਬੋਲਾਂ ਤੋਂ ਅਸੀਂ ਵੀ ਸਿੱਖਿਆ ਲੈਣੀ, ਇਹ ਸਭ ਦੇ ਸਾਂਝੇ ਨੇ। ਇਹ ਉਪਦੇਸ਼ ਕੇਵਲ ਜੋਗੀਆਂ ਨੂੰ ਨਹੀਂ ਹੈ। ਠੀਕ ਹੈ, ਉਹਨਾਂ ਨੂੰ ਪਰਥਾਏ ਕਰਕੇ ਬੋਲਿਆ, ਪਰ ਉਪਦੇਸ਼ ਤਾਂ ਪੂਰੀ ਕਾਇਨਾਤ ਵਾਸਤੇ ਹੈ। ਤੋ ਸਾਧ ਸੰਗਤ, ਇਹਨਾਂ 4 ਪੌੜੀਆਂ ਦੀ ਵਿਚਾਰ ਕਰਨੀ ਹੈ। ਸਤਿਗੁਰਾਂ ਦੇ ਚਰਨਾਂ 'ਤੇ ਅਰਦਾਸ ਹੈ, ਸਤਿਗੁਰੂ ਆਪ ਹੀ ਵਿੱਚ ਵਰਤ ਕੇ ਆਨੰਦ ਬਖਸ਼ ਕੇ ਕਥਾ ਕਰਾਇਓ। ਆਓ ਸਾਰੇ ਰਸਨਾ ਨੂੰ ਕਰੀਏ ਪਵਿੱਤਰ, ਔਰ ਸੁਰਤ ਸਤਿਗੁਰਾਂ ਦੇ ਚਰਨਾਂ 'ਤੇ ਜੋੜ ਕੇ ਉਚਾਰਨ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰਹਿ ਬੇਪੂਤ। ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰਹਿ ਬੇਪੂਤ। ਜੋਗੀ ਆਪਣੇ ਤਨ 'ਤੇ ਕੁਝ ਚਿੰਨ੍ਹ ਧਾਰਨ ਕਰਦੇ ਨੇ। ਹਰ ਧਰਮ ਦੇ ਕੋਈ ਨਾ ਕੋਈ ਚਿੰਨ੍ਹ ਹੁੰਦੇ ਨੇ। ਈਸਾਈਆਂ ਦੇ ਕੁਝ ਚਿੰਨ੍ਹ ਨੇ, ਹਿੰਦੂਆਂ ਦੇ ਕੁਝ ਚਿੰਨ੍ਹ ਨੇ। ਇਸੇ ਪ੍ਰਕਾਰ ਜੋਗੀਆਂ ਨੇ ਵੀ ਕੁਝ ਚਿੰਨ੍ਹ ਧਾਰਨ ਕੀਤੇ ਹੈ। ਔਰ ਜਦੋਂ ਆਰੰਭਤਾ ਵੇਖੀਏ, ਹਰ ਚਿੰਨ੍ਹਾਂ ਦਾ ਕੋਈ ਨਾ ਕੋਈ ਗਹਿਰਾ ਭਾਵ ਜ਼ਰੂਰ ਹੁੰਦਾ ਹੈ, ਪਰ ਜਿਵੇਂ ਜਿਵੇਂ ਸਮਾਂ ਲੰਘਦਾ ਹੈ, ਉਹ ਜਿਹੜਾ ਗਹਿਰਾ ਭਾਵ ਵਿੱਚੋਂ ਨਿਕਲ ਜਾਂਦਾ ਹੈ, ਬਾਹਰੀ ਪਹਿਰਾਵਾ ਹੀ ਰਹਿ ਜਾਂਦਾ ਹੈ, ਅਤੇ ਕਿਤੇ ਨਾ ਕਿਤੇ ਜਾ ਕੇ ਫਿਰ ਉਹ ਕੇਵਲ ਅਤੇ ਕੇਵਲ ਭੇਖ ਹੀ ਬਣ ਕੇ ਰਹਿ ਜਾਂਦਾ ਹੈ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਅੱਜ ਉਹ ਸਿੱਧਾਂ ਨੂੰ ਇਹ ਸਮਝਾਉਣਾ ਕਰਦੇ ਨੇ ਵੀ ਭਲਿਓ, ਤੁਸੀਂ ਬਾਹਰੀ ਤੌਰ 'ਤੇ ਤਾਂ ਆਹ ਚਿੰਨ੍ਹ ਪਾਏ ਨੇ, ਪਰ ਆਓ ਮੈਂ ਤੁਹਾਨੂੰ ਦੱਸਾਂ ਕਿ ਤਨ ਕਰਕੇ ਹੀ ਜੋਗੀ ਨਹੀਂ ਬਣਨਾ, ਅਸੀਂ ਮਨ ਕਰਕੇ ਵੀ ਜੋਗੀ ਬਣਨਾ ਹੈ, ਅਤੇ ਉਹ ਮੈਂ ਵੀ ਹਾਂ। ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਜੋਗ ਮਤ ਧਾਰਨ ਕਰੀਏ, ਮੈਂ ਤਾਂ ਪਹਿਲਾਂ ਹੀ ਜੋਗੀ ਹਾਂ। ਬਸ ਫਰਕ ਇੰਨਾ ਹੈ ਕਿ ਮੈਂ ਤਨ 'ਤੇ ਕੋਈ ਜੋਗ ਮਤ ਦੇ ਚਿੰਨ੍ਹ ਧਾਰਨ ਨਹੀਂ ਕੀਤੇ, ਉਹ ਚਿੰਨ੍ਹ ਮੈਂ ਆਪਣੇ ਮਨ 'ਤੇ ਧਾਰਨ ਕੀਤੇ ਨੇ। ਉਹ ਚਿੰਨ੍ਹ ਕਿਹੜੇ ਨੇ? ਸਤਿਗੁਰੂ ਜੀ ਕਹਿੰਦੇ, ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਜੋਗੀਆਂ ਦਾ ਸਭ ਤੋਂ ਪਹਿਲਾ ਚਿੰਨ੍ਹ ਆ ਵੀ ਉਹ ਕੰਨਾਂ ਵਿੱਚ ਮੁੰਦਰਾਂ ਪਾਉਂਦੇ ਨੇ। ਆ ਕੱਚ ਦੀਆਂ ਬਲੌਰ ਦੀਆਂ ਉਹਨਾਂ ਨੇ ਮੁੰਦਰਾਂ ਪਾਈਆਂ ਹੁੰਦੀਆਂ, ਕੰਨ ਵਿਲਣ ਲੈਂਦੇ ਨੇ। ਔਰ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਗ੍ਰਹਿਸਥ ਛੱਡ ਕੇ ਜੋਗ ਮਤ ਵਿੱਚ ਪ੍ਰਵੇਸ਼ ਕਰਦਾ ਹੈ, ਉਹ ਪਹਿਲਾਂ ਕੰਨਾਂ 'ਚ ਮੁੰਦਰਾਂ ਪਾਈਆਂ ਜਾਂਦੀਆਂ। ਉਹ ਇੱਕ ਚਿੰਨ੍ਹ ਹੁੰਦਾ ਇਹ ਸਾਬਤ ਕਰਨ ਵਾਸਤੇ ਕਿ ਇਹ ਮਨੁੱਖ ਨੇ ਹੁਣ ਗ੍ਰਹਿਸਥ ਛੱਡ ਦਿੱਤੀ ਹੈ। ਪਰ ਗੁਰੂ ਨਾਨਕ ਸਾਹਿਬ ਕਹਿੰਦੇ, ਮੈਂ ਬਾਹਰੀ ਤੌਰ 'ਤੇ ਤਾਂ ਕੋਈ ਕੱਚ ਦੀਆਂ ਮੁੰਦਰਾਂ ਨਹੀਂ ਪਾਈਆਂ, ਅਤੇ ਨਾ ਹੀ ਮੈਂ ਪਾਉਣ ਦੀ ਹਦਾਇਤ ਕਰਦਾ, ਪਰ ਹਾਂ ਇੱਕ ਉਪਦੇਸ਼ ਪੂਰੇ ਜਗਤ ਨੂੰ ਦਿੰਦਾ ਹੈ ਕਿ ਜੇ ਕੋਈ ਮੁੰਦਰਾ ਪਾਉਣੀ ਆ ਤਾਂ ਸੰਤੋਖ ਰੂਪੀ ਮੁੰਦਰਾਂ ਨੂੰ ਧਾਰਨ ਕਰੋ। ਕਿਉਂਕਿ ਮੁੰਦਰਾ ਮਹਾਰਾਜ ਕਹਿੰਦੇ ਤੁਸੀਂ ਪਾਉਂਦੇ ਜੇ ਇਹ ਦੱਸਣ ਵਾਸਤੇ ਵੀ ਅਸੀਂ ਗ੍ਰਹਿਸਥ ਛੱਡ ਦਿੱਤੀ, ਸੰਨਿਆਸੀ ਹੋ ਗਏ, ਜੋਗੀ ਹੋ ਗਏ। ਮਹਾਰਾਜ ਕਹਿੰਦੇ ਕੰਨ 'ਚ ਮੁੰਦਰਾ ਪਾ ਕੇ ਤਾਂ ਕੋਈ ਸੰਨਿਆਸੀ ਹੋ ਜਾਵੇ ਇਹ ਕੋਈ ਗਰੰਟੀ ਨਹੀਂ। ਕੀ ਪਤਾ ਉਹਨੇ ਗ੍ਰਹਿਸਥ ਛੱਡ ਦਿੱਤੀ ਹੈ। ਹਾਥ ਕਮੰਡਲ ਕਾਪੜੀਆ, ਮਨ ਤ੍ਰਿਸ਼ਨਾ ਉਪਜੀ ਭਾਰੀ, ਇਸਤਰੀ ਤਜ ਕਰ ਕਾਮ ਵਿਆਪਿਆ, ਚਿੱਤ ਲਾਇਆ ਪਰ ਨਾਰੀ। ਆਪਣੀ ਇਸਤਰੀ ਛੱਡ ਦਿੱਤੀ ਹੋਵੇਗੀ, ਹੁਣ ਪਰਾਈਆਂ ਵੱਲ ਚਿੱਤ ਜੋੜ ਕੇ ਬਹਿ ਗਿਆ। ਮਹਾਰਾਜ ਕਹਿੰਦੇ ਇਹ ਕੋਈ ਗਰੰਟੀ ਨਹੀਂ ਹੈਗੀ ਵੀ ਜਿਸ ਨੇ ਕੰਨਾਂ 'ਤੇ ਮੁੰਦਰਾਂ ਪਾ ਲਈਆਂ ਕੱਚ ਦੀਆਂ ਉਹ ਸੱਚੀ ਸੰਨਿਆਸੀ ਬਣ ਜਾਵੇਗਾ, ਜੋਗੀ ਬਣ ਜਾਵੇਗਾ। ਮਹਾਰਾਜ ਕਹਿੰਦੇ ਨਹੀਂ। ਹਾਂ, ਇਸ ਗੱਲ ਦੀ ਮੈਂ ਗਰੰਟੀ ਦਿੰਦਾ ਹੈ ਵੀ ਜਿਹੜਾ ਮਨੁੱਖ ਮਨ ਕਰਕੇ ਸੰਤੋਖ ਨੂੰ ਧਾਰਨ ਕਰ ਲਵੇਗਾ, ਉਹ ਗ੍ਰਹਿਸਥ ਵਿੱਚ ਰਹਿ ਕੇ ਵੀ ਜੋਗੀ ਹੈ। ਉਹਨੂੰ ਗ੍ਰਹਿਸਥ ਛੱਡਣ ਦੀ ਲੋੜ ਵੀ ਨਹੀਂ, ਕਿਉਂਕਿ ਧਾਰਨ ਤਾਂ ਅਸੀਂ ਸੰਤੋਖ ਕਰਨਾ ਸੀ। ਜੇ ਸੰਤੋਖ ਮਨ ਦੇ ਵਿੱਚ ਨਹੀਂ ਹੈ, ਸੰਤੋਖ ਤੋਂ ਭਾਵ ਵੀ ਜਿਹੜਾ ਮਨੁੱਖ ਰੱਜਿਆ ਹੋਇਆ, ਕਿਸੇ ਤਰ੍ਹਾਂ ਦੀ ਉਹਨੂੰ ਤ੍ਰਿਸ਼ਨਾ ਨਹੀਂ, ਭੁੱਖ ਨਹੀਂ ਰਹਿ ਗਈ ਕੋਈ। ਆਮ ਤੌਰ 'ਤੇ ਮਨੁੱਖ ਨੂੰ ਦੇਖਣ ਦੀ ਭੁੱਖ ਹੈ, ਖਾਣ ਦੀ ਭੁੱਖ ਹੈ, ਸੁਣਨ ਦੀ ਭੁੱਖ ਹੈ, ਸੋਹਣਾ ਲੱਗਣ ਦੀ ਭੁੱਖ ਹੈ, ਪ੍ਰਭਤਾ ਦੀ ਭੁੱਖ ਹੈ, ਪੋਪੂਲਰ ਹੋਣ ਦੀ ਭੁੱਖ ਹੈ, ਫਿਰ ਗੱਡੀਆਂ ਤੇ ਕਾਰਾਂ ਦੀ ਭੁੱਖ ਹੈ। ਬੜੇ ਤਰੀਕਿਆਂ ਦੀ ਭੁੱਖ ਬੰਦੇ ਨੂੰ ਹੁੰਦੀ ਹੈ, ਅਤੇ ਮਹਾਰਾਜ ਕਹਿੰਦੇ ਇਹ ਭੁੱਖ ਕਈ ਵਾਰੀ ਦੁਨੀਆ ਛੱਡ ਕੇ ਵੀ ਉਵੇਂ ਦੀ ਉਵੇਂ ਹੀ ਰਹਿ ਜਾਂਦੀ ਹੈ। ਮਹਾਰਾਜ ਕਹਿੰਦੇ ਦੁਨੀਆ ਛੱਡਤੀ ਪਰ ਭੁੱਖ ਤਾਂ ਨਹੀਂ ਨਾ ਗਈ, ਰੱਜਾ ਤਾਂ ਨਹੀਂ ਨਾ, ਤ੍ਰਿਸ਼ਨਾ ਤਾਂ ਰਹਿ ਹੀ ਗਈ ਹੈ ਨਾ। ਪਰ ਹਾਂ, ਜੇ ਤੂੰ ਮਨ ਕਰਕੇ ਸੰਤੋਖ ਨੂੰ ਧਾਰਨ ਕਰ ਲਿਆ, ਹੋ ਸਕਦਾ ਤੂੰ ਘਰ ਦੇ ਵਿੱਚ ਵਿਚਰਦਾ ਹੋਵੇਂ, ਨੌਕਰੀ ਕਰਦਾ ਹੋਵੇਂ, ਪਰ ਘਰ-ਬਾਰ ਸਾਂਭਦਿਆਂ ਵੀ ਜੇ ਤੇਰੇ ਮਨ ਵਿੱਚ ਸੰਤੋਖ ਆ ਗਿਆ, ਤੂੰ ਜੋਗੀ ਬਣ ਗਿਆ। ਔਰ ਇਹ ਧਿਆਨ ਰੱਖਿਓ ਵੀ ਮੁੰਦਰਾਂ ਦੋ ਪਾਈਆਂ, ਦੋ ਕੰਨ ਨੇ, ਦੋ ਮੁੰਦਰਾਂ ਪਾਈਆਂ ਜਾਂਦੀਆਂ। ਸੰਤੋਖ ਵੀ ਦੋ ਕਿਸਮ ਦਾ ਹੁੰਦਾ ਹੈ ਸਾਧ ਸੰਗਤ। ਇੱਕ ਤਾਂ ਇਹ ਕਿ ਜੋ ਕੁਝ ਸਾਨੂੰ ਮਿਲ ਗਿਆ ਉਹਦੇ ਵਿੱਚ ਸ਼ੁਕਰ ਕਰਨਾ। ਆਮ ਤੌਰ 'ਤੇ ਮਨੁੱਖ ਉਹਦੇ 'ਚ ਨਹੀਂ ਸ਼ੁਕਰ ਕਰਦਾ। ਜੋ ਕੁਝ ਮਿਲ ਗਿਆ ਗਾਂ ਦੀ ਗਾਂ ਵੱਧਦਾ ਹੀ ਜਾਂਦਾ ਹੈ।
20,000 ਤਨਖਾਹ ਹੁਣ 30,000 ਹੋ ਜਾਵੇ, 30,000 ਵਾਲੇ ਕਹਿੰਦੇ 50 ਹੋ ਜਾਵੇ, 50 ਵਾਲੇ ਕਹਿੰਦੇ 80 ਹੋ ਜਾਵੇ, ਤੇ ਬੰਦਾ ਕਦੀ ਰੱਜਦਾ ਨਹੀਂ ਵੇਖਿਆ। ਮਹਾਰਾਜ ਕਹਿੰਦੇ ਪਹਿਲੀ ਕਿਸਮ ਸੰਤੋਖ ਦੀ, ਜੋ ਤੈਨੂੰ ਮਿਲਿਆ ਹੈ ਉਹਦੇ ਵਿੱਚ ਸ਼ੁਕਰ ਕਰ, ਉਹਦੇ ਵਿੱਚ ਸੈਟੀਸਫਾਈਡ ਹੋ ਜਾ, ਸੰਤੁਸ਼ਟ ਹੋ ਜਾ। ਤੇ ਜੋ ਕੁਝ ਨਹੀਂ ਮਿਲਿਆ ਇਹ ਦੂਜੇ ਪ੍ਰਕਾਰ ਦਾ, ਜੋ ਕੁਝ ਨਹੀਂ ਮਿਲਿਆ ਉਹਦਾ ਰੋਸ ਨਾ ਕਰ, ਉੱਥੇ ਤੜਫਦਾ ਵਿਲਕਦਾ ਨਾ ਰਹਿ, ਉੱਥੇ ਵੀ ਸੰਤੁਸ਼ਟ ਹੋ ਜਾ। ਤੋ ਆਪਾਂ ਬਾਤੀ ਡਿਟੇਲ 'ਚ ਨਾ ਜਾਈਏ। ਮਹਾਰਾਜ ਕਹਿੰਦੇ ਆ ਸੰਤੋਖ ਰੂਪੀ ਮੁੰਦਰਾ ਜਿਹੜੀ ਹੈ ਨਾ, ਇਹ ਆਪਣੇ ਮਨ 'ਤੇ ਧਾਰਨ ਕਰ, ਭਾਵ ਤੂੰ ਗ੍ਰਹਿਸਥ ਵਿੱਚ ਰਹਿ ਭਾਵੇਂ ਪਰ ਸੰਤੁਸ਼ਟ ਹੋ ਜਾ, ਜੋ ਪ੍ਰਮਾਤਮਾ ਨੇ ਦਿੱਤਾ ਹੈ ਨਾ ਸੈਟੀਸਫਾਈਡ ਹੋ ਜਾ। ਕਿਤੇ ਇਹ ਨਾ ਹੋ ਜਾਵੇ ਕਿ 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ। ਰੱਬ ਨੇ ਜਿਹੜੀਆਂ 10 ਦਿੱਤੀਆਂ ਉਹਦਾ ਸ਼ੁਕਰ ਨਹੀਂ ਕੀਤਾ, ਜੋ ਇੱਕ ਨਹੀਂ ਦਿੱਤੀ ਉਹਦੇ 'ਚ ਤੜਫਦਾ ਰਵੇਂ ਤੂੰ ਕਿਤੇ। ਮਹਾਰਾਜ ਕਹਿੰਦੇ ਨਹੀਂ, ਸੰਤੁਸ਼ਟ ਹੋ ਜਾ, ਇਵੇਂ ਦੀਆਂ ਮੁੰਦਰਾਂ ਆਪਣੇ ਮਨ ਕਰਕੇ ਧਾਰਨ ਕਰ। ਫਿਰ ਮਹਾਰਾਜ ਕਹਿੰਦੇ ਸ਼ਰਮ ਪਤ ਝੋਲੀ। ਫਿਰ ਜੋਗੀ ਜਿੱਥੇ ਮੁੰਦਰਾ ਪਾਉਂਦੇ ਨੇ ਨਾ ਸਾਧ ਸੰਗਤ, ਉੱਥੇ ਆ 2 ਚੀਜ਼ਾਂ ਹੋਰ ਧਾਰਨ ਕਰਦੇ ਨੇ। ਇੱਕ ਉਹਨਾਂ ਦੇ ਹੱਥ ਵਿੱਚ ਖੱਪਰ ਹੁੰਦਾ, ਭਾਂਡੇ ਜੇ ਵਰਗੇ ਇੱਕ ਖੱਪਰ ਹੁੰਦਾ, ਤੇ ਜਦੋਂ ਵੀ ਉਹ ਕਿਤੇ ਮੰਗਣ ਜਾਂਦੇ ਨੇ, ਫਿਰ ਉਹ ਮੰਨ ਲਓ ਕਿਸੇ ਦੇ ਘਰ ਮੰਗਣ ਗਏ, ਖੱਪਰ ਅੱਗੇ ਕਰ ਦਿੰਦੇ, ਕੋਈ ਉਹਦੇ 'ਚ ਆਟਾ ਪਾ ਦਿੰਦਾ, ਕੋਈ ਹੋਰ ਪ੍ਰਕਾਰ ਦਾ ਅੰਨ ਪਾ ਦਿੰਦਾ ਹੈ। ਤੋ ਇਸ ਤਰ੍ਹਾਂ ਖੱਪਰ ਅੱਗੇ ਕਰ ਦਿੱਤਾ ਜਾਂਦਾ ਹੈ। ਤੇ ਨਾਲ ਹੀ ਉਹਨਾਂ ਨੇ ਸਰੀਰ ਦੇ ਵਿੱਚ ਇੱਕ ਝੋਲੀ ਪਾਈ ਹੁੰਦੀ ਆ, ਆਪਣੇ ਗਲ ਦੇ ਵਿੱਚ ਇੱਕ ਝੋਲੀ ਲਟਕਾਈ ਹੁੰਦੀ ਆ, ਵੀ ਜਦੋਂ ਉਹ ਖੱਪਰ ਭਰ ਜਾਵੇ ਫਿਰ ਉਹ ਵਾਲਾ ਅੰਨ ਝੋਲੀ 'ਚ ਪਾ ਦਿੰਦੇ ਨੇ। ਤੋ ਇਹ ਖੱਪਰ ਤੇ ਝੋਲੀ ਜਿਹੜੀ ਹੈ ਇਹ ਜੋਗੀ ਲੋਕ ਰੱਖਦੇ ਨੇ। ਮਹਾਰਾਜ ਕਹਿੰਦੇ ਆਓ ਮੈਂ ਦੱਸਾਂ ਤੁਹਾਨੂੰ ਖੱਪਰ ਕਿਹੜਾ ਰੱਖਣਾ, ਝੋਲੀ ਕਿਹੜੀ ਰੱਖਣੀ ਆ। ਮਹਾਰਾਜ ਕਹਿੰਦੇ ਸ਼ਰਮਪਤ ਝੋਲੀ। ਹੁਣ ਸ਼ਰਮ ਦੇ ਅਰਥ 2 ਕੀਤੇ ਜਾਂਦੇ ਨੇ। ਇੱਕ ਅਰਥ ਕੀਤਾ ਜਾਂਦਾ ਸ਼ਰਮ ਦਾ ਮਿਹਨਤ, ਉਦਮ। ਮਹਾਰਾਜ ਕਹਿੰਦੇ ਉਦਮ ਰੂਪੀ ਖੱਪਰ ਤੇ ਝੋਲੀ ਧਾਰਨ ਕਰ ਲਵੋ, ਕਿਉਂਕਿ ਜਿਹਦੇ ਕੋਲ ਮਿਹਨਤ ਹੋਵੇਗੀ ਉਹਨੂੰ ਖੱਪਰ ਫੜ ਕੇ ਮੰਗਣ ਦੀ ਲੋੜ ਹੀ ਨਹੀਂ ਪੈਣੀ, ਆਪੇ ਹੀ ਮਿਲ ਗਿਆ ਸਾਰਾ ਕੁਝ। ਇਸ ਕਰਕੇ ਜੇ ਕੁਝ ਧਾਰਨ ਕਰਨਾ, ਮਿਹਨਤ ਰੂਪੀ ਖੱਪਰ ਧਾਰਨ ਕਰੋ ਤਾਂ ਕਿ ਤੁਹਾਨੂੰ ਮੰਗਣ ਦੀ ਲੋੜ ਹੀ ਨਾ ਪਵੇ। ਇਹ ਦੇਖੋ ਐਵੇਂ ਬਣਾਇਆ ਮੇਰੇ ਸਤਿਗੁਰਾਂ ਨੇ, ਆਹ ਰੂਪ ਇੱਕ ਸਿੱਖ ਦਾ ਬਣਾਇਆ ਹੈ। ਇਸੇ ਕਰਕੇ ਸਿੱਖ ਮੰਗਤਾ ਨਹੀਂ ਹੈ ਕਦੀ, ਸਿੱਖ ਮੁਥਾਜੀਆਂ ਨਹੀਂ ਕਰਦਾ ਕਿਸੇ ਦੀਆਂ। ਮਹਾਰਾਜ ਕਹਿੰਦੇ ਮਿਹਨਤ ਰੂਪੀ ਤੂੰ ਮਿਹਨਤ ਕਰ। ਤੇ ਆ ਕਈ ਸੱਜਣ ਅਖਵਾਉਂਦੇ ਸਿੱਖ ਹੈ ਪਰ ਛੱਡ ਕੇ ਕੰਮ ਧੰਦਾ, ਕਹਿੰਦੇ ਅਸੀਂ ਸੰਤ ਬਣ ਗਏ। ਮਹਾਰਾਜ ਕਹਿੰਦੇ ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕੈ ਮੂਲ ਨਾ ਲੱਗੀਐ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹੋ ਪਛਾਣੇ ਸੇ। ਮਹਾਰਾਜ ਕਹਿੰਦੇ ਮਿਹਨਤ ਕਰ, ਕਿਰਤ ਕਰ। ਪਹਿਲਾ ਨਾਰਾ ਹੀ ਮੇਰੇ ਸਤਿਗੁਰਾਂ ਨੇ ਕਿਰਤ ਕਰਨ ਦਾ ਲਾਇਆ ਹੈ। ਤਾਂ ਮਹਾਰਾਜ ਕਹਿੰਦੇ ਜੇ ਖੱਪਰ ਧਾਰਨ ਕਰਨਾ ਹੈ ਤਾਂ ਉਹ ਮਿਹਨਤ ਰੂਪੀ ਧਾਰਨ ਕਰ, ਝੋਲੀ ਧਾਰਨ ਕਰਨੀ ਹੈ ਤੇ ਮਿਹਨਤ ਰੂਪੀ ਕਰ। ਤੂੰ ਮਿਹਨਤੀ ਬਣ, ਉਦਮੀ ਬਣ। ਤੇ ਦੂਜੇ ਅਰਥ ਸ਼ਰਮ ਦੇ ਕੀਤੇ ਜਾਂਦੇ ਆ, ਜਿਹਨੂੰ ਆਪਾਂ ਕਹਿ ਦਿੰਦੇ ਸ਼ਰਮ, ਲੱਜਾ, ਕਿ ਸ਼ਰਮ ਕਰ ਤੂੰ। ਜੇ ਸ਼ਰਮ ਹੋਏਗੀ ਨਾ ਸਾਧ ਸੰਗਤ, ਫਿਰ ਬੰਦਾ ਕਦੀ ਮੰਗਣ ਨਹੀਂ ਜਾਏਗਾ। ਸ਼ਰਮ ਬੰਦੇ ਨੂੰ ਮੰਗਤਾ ਹੋਣ ਤੋਂ ਬਚਾਉਂਦੀ ਹੈ। ਜਿਹਦਾ ਜ਼ਮੀਰ ਮਰ ਗਿਆ, ਸ਼ਰਮ ਮਰ ਗਈ, ਉਹ ਤਾਂ ਫਿਰ ਅੱਡਿਆਂ ਤੇ ਖੜ ਖੜ ਕੇ ਮੰਗਦੇ ਨੇ ਸਾਧ ਸੰਗਤ। ਇਸ ਕਰਕੇ ਮਹਾਰਾਜ ਕਹਿੰਦੇ ਸ਼ਰਮ ਨੂੰ ਧਾਰਨ ਕਰ ਕਿ ਮੈਂ ਕਿਸੇ ਦਾ ਮੰਗਤਾ ਨਾ ਬਣਾ। ਇੱਕ ਅਣਖਤ ਜਗਾ ਆਪਣੇ ਅੰਦਰ ਤੇ ਮਿਹਨਤ ਕਰ, ਤੇ ਮਿਹਨਤ ਰੂਪੀ ਜਿਹੜੀ ਝੋਲੀ ਹੈ ਉਹ ਇਸ ਨੂੰ ਤੂੰ ਧਾਰਨ ਕਰ। ਫਿਰ ਅੱਗੋਂ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਧਿਆਨ ਕੀ ਕਰਹਿ ਵਿਭੂਤ। ਫਿਰ ਅਗਲਾ ਜਿਹੜਾ ਚੇਨਾ ਜੋਗੀਆਂ ਦਾ ਵੀ, ਉਹ ਆਪਣੇ ਸਰੀਰ ਤੇ ਸੁਆਹ ਮਲਦੇ ਨੇ, ਵਿਭੂਤੀ ਲਾਉਂਦੇ ਨੇ। ਤੇ ਇਹ ਵਿਭੂਤੀ ਲਾਉਣ ਦਾ ਸਿਧਾਂਤ ਇਹ ਆ ਵੀ ਸਰੀਰ ਤੇ ਸੁਆਹ ਇਸ ਕਰਕੇ ਮਲਦੇ, ਆਪਾਂ ਵੇਖਦੇ ਆ ਨਾ ਵੀ ਜੋਗੀ ਉਹ ਸਮੇਰ ਪਰਬਤ ਤੇ ਜਾ ਕੇ ਬਹਿ ਗਏ ਨੇ। ਤੋ ਇਹਨਾਂ ਨੇ ਆਪਣੇ ਤਨ ਨੂੰ ਫਿਰ ਗਰਮੀ ਤੇ ਸਰਦੀ ਤੋਂ ਬਚਾਉਣਾ ਹੈ। ਇਹਦੇ ਕਰਕੇ ਉਹ ਫਿਰ ਤਨ ਤੇ ਸੁਆਹ ਮਲ ਲੈਂਦੇ ਨੇ ਵੀ ਸਾਡੇ ਸਰੀਰ ਤੇ ਗਰਮੀ ਜਾਂ ਸਰਦੀ ਦਾ ਪ੍ਰਭਾਵ ਨਾ ਪਵੇ। ਮਹਾਰਾਜ ਕਹਿੰਦੇ ਭਾਈ ਜੇ ਵਿਭੂਤੀ ਲਾਉਣੀ ਆ ਨਾ, ਧਿਆਨ ਰੂਪੀ ਲਾ, ਕਿਉਂਕਿ ਜੇ ਧਿਆਨ ਤੇਰਾ ਉੱਚਾ ਉੱਠ ਗਿਆ ਨਾ ਤਾਂ ਫਿਰ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਤੈਨੂੰ ਸੇਕ ਨਹੀਂ ਲੱਗਣੇ। ਗੱਲ ਤਾਂ ਧਿਆਨ ਦੀ ਹੈ ਨਾ। ਧਿਆਨ ਰੂਪੀ ਵਿਭੂਤੀ ਲਾ। ਜੇ ਧਿਆਨ ਸਰੀਰ ਤੱਕ ਹੀ ਰਹਿ ਗਿਆ ਫਿਰ ਤਾਂ ਤੈਨੂੰ ਮਾੜੀ ਜੀ ਗਰਮੀ ਵੀ ਬੜਾ ਦੁੱਖ ਦੇਵੇਗੀ। ਹਾਏ ਹਾਏ ਏਸੀ ਛੱਡੋ ਜੀ, ਮਾੜੀ ਜੀ ਗਰਮੀ ਵੀ ਬੜਾ ਦੁੱਖ ਦੇਵੇਗੀ ਤੇ ਮਾੜੀ ਜੀ ਠੰਡ ਵੀ ਤੈਨੂੰ ਬੜਾ ਦੁੱਖ ਦੇਵੇਗੀ। ਪਰ ਜੇ ਧਿਆਨ ਉੱਪਰ ਉੱਠ ਗਿਆ, ਜਿਹਦਾ ਧਿਆਨ ਉੱਪਰ ਉੱਠ ਗਿਆ, ਉਹਨਾਂ ਨੇ ਤਨ ਤੇ ਕੋਈ ਵਿਭੂਤੀ ਨਹੀਂ ਲਾਈ, ਉਹ ਤਾਂ ਠੰਡੇ ਬੁਰਜ ਦੇ ਵਿੱਚ ਬੈਠ ਕੇ ਵੀ ਕੋਈ ਠੰਡ ਮਹਿਸੂਸ ਨਹੀਂ ਕਰਦੇ ਪਏ, ਜਿਨ੍ਹਾਂ ਨੇ ਧਿਆਨ ਰੂਪੀ ਵਿਭੂਤੀ ਲਾ ਲਈ। ਤੇ ਜਿਨ੍ਹਾਂ ਨੇ ਧਿਆਨ ਰੂਪੀ ਵਿਭੂਤੀ ਲਾ ਲਈ ਉਹ ਉਬਲਦੀਆਂ ਦੇਗਾਂ 'ਚ ਉਬਾਲੇ ਖਾ ਰਹੇ ਤਾਂ ਵੀ ਉਹਨਾਂ ਨੂੰ ਸੇਕ ਨਹੀਂ ਲੱਗਦਾ ਪਿਆ, ਮਹਿਸੂਸ ਹੀ ਨਹੀਂ ਕਰਦੇ ਪਏ। ਸਰੀਰ ਸੜ ਰਿਹਾ ਪਰ ਮਨ ਕਰਕੇ ਮਹਿਸੂਸ ਹੀ ਨਹੀਂ ਕਰਦੇ ਪਏ।
ਤੋ ਮਹਾਰਾਜ ਕਹਿੰਦੇ ਆਹ ਵਿਭੂਤੀ ਲਾਓ ਜੇ ਆਪਣੇ ਗਰਮੀ ਤੇ ਸਰਦੀ ਦੇ ਪ੍ਰਭਾਵ ਤੋਂ ਬਚਣਾ ਹੈ ਨਾ, ਧਿਆਨ ਨੂੰ ਉੱਪਰ ਚੁੱਕ ਲਓ, ਇਹ ਵਾਲੀ ਵਿਭੂਤੀ ਤੁਸੀਂ ਲਾਉਣਾ ਕਰੋ ਜੀ। ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਫਿਰ ਜੋਗੀ ਖਿੰਥਾ ਪਹਿਨਦੇ ਨੇ, ਤਨ ਤੇ ਉਹਨਾਂ ਨੇ ਖਿੰਥਾ ਪਹਿਨੀ ਹੁੰਦੀ ਆ, ਇਹਨੂੰ ਗੋਦੜੀ ਵੀ ਕਹਿ ਦਿੰਦੇ ਨੇ, ਖਫਣੀ ਵੀ ਕਹਿ ਦਿੰਦੇ ਨੇ। ਮਹਾਰਾਜ ਕਹਿੰਦੇ ਕਾਲ ਰੂਪੀ, ਕਾਲ ਮੌਤ ਦਾ ਨਾਮ ਹੈ। ਮਹਾਰਾਜ ਕਹਿੰਦੇ ਮੌਤ ਦਾ ਭੈ ਹੀ ਤੇਰੇ ਵਾਸਤੇ ਖਿੰਤਾ ਹੋਵੇ, ਕਿਉਂਕਿ ਸਤਿਗੁਰਾਂ ਦਾ ਪਹਿਲਾ ਸਿਧਾਂਤ ਹੀ ਹੈ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਮੌਤ ਰੂਪ ਦਾ ਭੈ ਧਾਰਨ ਕਰ, ਕਿਉਂਕਿ ਜਿਹਦੇ ਮਨ ਵਿੱਚ ਮੌਤ ਦਾ ਭੈ ਹੋਵੇਗਾ ਨਾ, ਉਹੀ ਆਪਣੇ ਮਨ ਨੂੰ ਵਿਕਾਰਾਂ ਤੋਂ ਬਚਾਏਗਾ। ਜਿਹੜਾ ਮਨੁੱਖ ਸੋਚਦਾ, ਮੈਂ ਅਕਸਰ ਕਈ ਵਾਰੀ ਉਦਾਹਰਣ ਦਿੰਦਾ ਹੁੰਦਾ ਹੈ, ਮਿਹਨਤ ਉਸ ਬੰਦੇ ਤੋਂ ਹੀ ਹੋਏਗੀ ਜਿਹੜਾ ਇਹ ਸੋਚੇ ਵੀ ਪਤਾ ਨਹੀਂ ਅਗਲਾ ਪਲ ਹੈਗਾ ਕਿ ਨਹੀਂ ਹੈਗਾ। ਆ ਬੱਚਾ ਬੈਠਾ ਹੈ, ਇਹਨੂੰ ਕਦੀ ਪੁੱਛ ਕੇ ਦੇਖੋ ਵੀ ਬੱਚੇ ਨੂੰ ਮੰਨ ਲਓ ਇਹ ਪਤਾ ਲੱਗ ਗਿਆ ਕੱਲ ਨੂੰ ਪੇਪਰ ਹੈ, ਕਿਤਾਬ ਲੈ ਕੇ ਪੜ੍ਹਨ ਦਿਆ ਹੈ, ਤੇ ਥੋੜ੍ਹੇ ਸਮੇਂ ਬਾਅਦ ਇਹ ਖਬਰ ਆ ਗਈ ਕਿ ਭਲਿਆ ਤੇਰਾ ਪੇਪਰ ਹੁਣ ਕੱਲ ਨੂੰ ਨਹੀਂ ਮਹੀਨੇ ਬਾਅਦ ਹੋਏਗਾ, ਪੋਸਟਪੋਨਡ ਹੋ ਗਿਆ, ਅੱਗੇ ਹੋ ਗਿਆ। ਤੇ ਪੜਾਕੂ ਬੱਚੇ ਵੀ ਕਿਤਾਬ ਛੱਡ ਕੇ ਪਰਾਂ ਮਾਰਦੇ, ਲਓ ਜੀ ਟਾਈਮ ਮਿਲ ਗਿਆ ਹੁਣ ਤਾਂ ਬਾਅਦ 'ਚ ਹੀ ਪੜਾਂਗੇ, ਹੁਣ ਤਾਂ ਖੇਡਦੇ ਹਾਂ। ਜਦੋਂ ਬੰਦੇ ਦੇ ਮਨ 'ਚ ਇਹ ਹੋਵੇ ਨਾ ਵੀ ਟਾਈਮ ਵਾਧੂ ਆ, ਉਦੋਂ ਮਿਹਨਤਾਂ ਨਹੀਂ ਹੁੰਦੀਆਂ ਫਿਰ। ਪਰ ਜਦੋਂ ਇਹ ਮਨ 'ਚ ਅਹਿਸਾਸ ਹੋਵੇ ਵੀ ਕੀ ਪਤਾ ਮੌਤ ਕਦੋਂ ਆਉਣੀ, ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ, ਮਿਹਨਤ ਤਾਂ ਫਿਰ ਉਦੋਂ ਹੀ ਹੁੰਦੀ ਹੈ। ਸਾਧ ਸੰਗਤ, ਜੇ ਮਨ ਦੇ ਵਿੱਚ ਮੌਤ ਦਾ ਅਹਿਸਾਸ ਹੋਵੇਗਾ ਨਾ, ਫੇਰ ਹੀ ਨਿਤਨੇਮ ਹੋਵੇਗਾ, ਨਹੀਂ ਤਾਂ ਬੰਦਾ ਕੱਲ ਹੀ ਕਰਦਾ ਰਹਿੰਦਾ, ਕੋਈ ਨਹੀਂ ਕੱਲ ਤੋਂ ਹੀ ਸ਼ੁਰੂ ਕਰਾਂਗੇ ਫਿਰ। ਮਹਾਰਾਜ ਕਹਿੰਦੇ ਨਹੀਂ, ਕਾਲ ਮੌਤ ਦਾ ਭੈ ਰੂਪੀ ਤੂੰ ਖਿੰਤਾ ਨੂੰ ਧਾਰਨ ਕਰ। ਫਿਰ ਕੁਆਰੀ ਕਾਇਆ, ਇਹ ਜੁਗਤ, ਜੋਗੀਆਂ ਦੇ ਫਿਰ ਕੋਲ ਇੱਕ ਜੁਗਤ ਹੁੰਦੀ ਆ ਜੋਗ ਕਮਾਉਣ ਦੀ, ਉਹਨਾਂ ਦੀ ਇੱਕ ਰਹਿਤ ਹੁੰਦੀ ਆ। ਮਹਾਰਾਜ ਕਹਿੰਦੇ ਆਹ ਰਹਿਤ ਧਾਰਨ ਕਰੋ। ਕੁਆਰੀ ਕਾਇਆ, ਕਾਇਆ ਦਾ ਅਰਥ ਹੈ ਸਰੀਰ, ਭਾਵ ਸਰੀਰ ਨੂੰ ਕੁਆਰਾ ਰੱਖਣਾ। ਤੇ ਕੁਆਰਾ ਆਪਣੇ ਬੜਾ ਸ਼ਬਦ ਕਹਿੰਦੇ ਨੇ ਵੀ ਇਹ ਕੁਆਰਾਪਣ ਗਵਾਚ ਗਿਆ। ਤੋ ਕੁਆਰੇਪਣ ਦਾ ਮਤਲਬ ਹੈ ਵੀ ਸਰੀਰ ਨੂੰ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਰੱਖਣਾ, ਕਿਸੇ ਤਰ੍ਹਾਂ ਦੇ ਵਿਸ਼ੇ ਵਿਕਾਰਾਂ ਦੇ ਭੋਗੀ ਨਹੀਂ ਬਣੇ। ਤੋ ਮਹਾਰਾਜ ਕਹਿੰਦੇ ਆਪਣੇ ਇੰਦਰੀਆਂ ਨੂੰ ਇਸ ਤਰ੍ਹਾਂ ਸੰਕੋਚ ਕੇ ਰੱਖ, ਆਪਣੇ ਸਰੀਰ ਨੂੰ ਕੁਆਰਾ ਰੱਖ, ਇਹ ਸਭ ਤੋਂ ਵੱਡੀ ਜੁਗਤ ਆ। ਇਹ ਵਾਲੀ ਜੁਗਤ ਧਾਰਨ ਕਰ ਕਿ ਆਪਣੇ ਸਰੀਰ ਤੇ ਕਿਸੇ ਤਰ੍ਹਾਂ ਦੇ ਵਿਸ਼ੇ ਵਿਕਾਰਾਂ ਦਾ ਪ੍ਰਭਾਵ ਨਾ ਪੈਣ ਦੇ। ਫਿਰ ਮਹਾਰਾਜ ਕਹਿੰਦੇ ਜੁਗਤ ਡੰਡਾ ਪ੍ਰਤੀਤ, ਫਿਰ ਜੋਗੀ ਹੱਥ ਵਿੱਚ ਫੜ ਕੇ ਡੰਡਾ ਵੀ ਰੱਖਦੇ ਨੇ। ਜੋਗੀਆਂ ਦੇ ਕੋਲ ਡੰਡਾ ਹੁੰਦਾ ਹੈ ਤੇ ਡੰਡਾ ਸਹਾਰੇ ਦਾ ਕੰਮ ਕਰਦਾ ਹੈ। ਹਨੇਰੇ ਸਵੇਰੇ ਤੁਰਨਾ ਹੋਵੇ ਤੇ ਡੰਡੇ ਦੇ ਨਾਲ ਅਸੀਂ ਟੋਹ ਕੇ ਵੇਖ ਲੈਂਦੇ ਹਾਂ ਵੀ ਅੱਗੇ ਖੱਡਾ ਤਾਂ ਨਹੀਂ ਜਾਂ ਕੁਝ ਹੋਰ ਤਾਂ ਨਹੀਂ, ਜਾਂ ਡੰਡਾ ਇੱਕ ਆਸਰਾ ਹੀ ਹੁੰਦਾ ਵੀ ਕੋਈ ਕੁੱਤਾ ਬਿੱਲੀ ਹੋਵੇ ਤੇ ਮੇਰੇ ਕੋਲ ਡੰਡਾ ਹੈਗਾ ਹੈ, ਤਾਂ ਡੰਡਾ ਇੱਕ ਆਸਰਾ ਹੈ। ਮਹਾਰਾਜ ਕਹਿੰਦੇ ਤੂੰ ਪ੍ਰਤੀਤ ਰੂਪੀ ਡੰਡਾ ਧਾਰਨ ਕਰ। ਪ੍ਰਤੀਤ ਦਾ ਅਰਥ ਹੈ ਸ਼ਰਧਾ, ਭਰੋਸਾ। ਭਰੋਸਾ ਤੇਰਾ ਵਾਹਿਗੁਰੂ ਤੇ ਇੰਨਾ ਹੋਵੇ ਨਾ, ਇਹੀ ਤੇਰੇ ਵਾਸਤੇ ਡੰਡੇ ਦਾ ਕੰਮ ਕਰੇਗਾ। ਤੇ ਯਾਦ ਰੱਖਿਓ, ਜੇ ਭਰੋਸਾ ਨਹੀਂ ਤੇ ਤੁਸੀਂ 100 ਡੰਡੇ ਫੜ ਲਓ, ਇਕੱਲੇ ਨੂੰ ਇਕੱਲਾ ਬੰਦਾ ਸਾਹਮਣਾ ਨਹੀਂ ਕਰ ਸਕੂਗਾ। ਯਾਦ ਰੱਖਿਓ, ਜੇ ਭਰੋਸਾ ਨਹੀਂ, ਕੱਲੇ ਤੋਂ ਕੱਲਾ ਡਰੂਗਾ। ਪਰ ਜੇ ਭਰੋਸਾ ਆ ਗਿਆ ਨਾ, ਹੱਥ ਵਿੱਚ ਭਾਵੇਂ ਡੰਡਾ ਹੋਵੇ ਨਾ ਹੋਵੇ, ਕੱਲਾ ਬੰਦਾ 1.25 ਲੱਖ ਦੇ ਟਾਕਰੇ ਕਰ ਜਾਂਦਾ। ਜੇ ਗੱਲ ਤਾਂ ਭਰੋਸੇ ਦੀ ਆ ਨਾ, ਇਹ ਤਾਂ ਭਰੋਸੇ ਹੀ ਸੀ ਨਾ ਉਹਨਾਂ ਸਿੱਖਾਂ ਦੇ ਕਿ 2-2 ਜਾਣੇ ਜਾ ਕੇ ਦਿੱਲੀ ਜਿੱਤ ਆਉਂਦੇ ਸੀ। ਸਾਧ ਸੰਗਤ, 2-2 ਜਾਣੇ ਸਰਕਾਰਾਂ ਨਾਲ ਮੱਥੇ ਲਾ ਲੈਂਦੇ ਸੀ। ਗੱਲ ਭਰੋਸੇ ਦੀ ਹੈ। ਮਹਾਰਾਜ ਕਹਿੰਦੇ ਪ੍ਰਤੀਤ ਰੂਪੀ, ਭਰੋਸੇ ਰੂਪੀ ਤੂੰ ਡੰਡਾ ਧਾਰਨ ਕਰ। ਮੌਤ ਦਾ ਭੈ ਤੇਰੇ ਵਾਸਤੇ ਖਿੰਥਾ ਹੋਵੇ, ਆਪਣੇ ਸਰੀਰ ਨੂੰ ਵਿਸ਼ੇ ਵਿਕਾਰਾਂ ਤੋਂ ਬਚਾ ਕੇ ਰੱਖਣਾ ਇਹ ਜੁਗਤ ਹੋਵੇ, ਤੇ ਭਰੋਸੇ ਰੂਪੀ ਤੇਰੇ ਕੋਲ ਡੰਡਾ ਹੋਵੇ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਈ ਪੰਥੀ, ਜੋਗੀਆਂ ਦੇ 12 ਪੰਥ ਮੰਨੇ ਜਾਂਦੇ ਨੇ, ਤੇ ਉਹਨਾਂ 12 ਪੰਥਾਂ ਦੇ ਵਿੱਚੋਂ ਸਭ ਤੋਂ ਸਿਰਮੌਰ ਪੰਥ ਹੈ ਆਈ ਪੰਥ। ਜੋਗੀਆਂ ਦਾ ਸਭ ਤੋਂ ਸਿਰਮੌਰ ਪੰਥ ਆ। ਤੇ ਕਈ ਸੱਜਣ ਇਹ ਵੀ ਕਹਿੰਦੇ ਆ ਵੀ ਉਹ ਆਈ ਪੰਥ ਬਾਕੀ ਸਾਰੇ ਪੰਥਾਂ ਨੂੰ, ਬਾਕੀ 12 ਦੇ 12 ਪੰਥਾਂ ਨੂੰ ਮੰਨਦਾ ਹੈ। ਤਾਂ ਮਹਾਰਾਜ ਕਹਿੰਦੇ ਆਈ ਪੰਥ ਕੀ ਹੋਣਾ ਚਾਹੀਦਾ ਹੈ ਕਿ ਪੂਰੀ ਸ੍ਰਿਸ਼ਟੀ ਨੂੰ ਹੀ ਇੱਕ ਕਰਕੇ ਜਾਣਨਾ, ਇਹਨੂੰ ਹੀ ਆਈ ਪੰਥ ਸਮਝੋ। ਭਾਵ ਸਾਰੇ ਜਗਤ ਨੂੰ ਇੱਕ ਸਮਝੋ। ਤੇ ਨਾਰਾ ਮੇਰੇ ਸਤਿਗੁਰਾਂ ਨੇ ਬੁਲੰਦ ਕੀਤਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੁਸੀਂ ਕੇਵਲ 12 ਪੰਥਾਂ ਦੇ ਹੀ ਆਗੂ ਨਾ ਬਣੋ, ਤੁਸੀਂ ਪੂਰੀ ਸ੍ਰਿਸ਼ਟੀ ਨੂੰ ਇੱਕ ਸਮਝੋ, ਸਾਰੀ ਦੁਨੀਆ ਵਿੱਚ ਇੱਕ ਪਰਮਾਤਮਾ ਨੂੰ ਰਮਿਆ ਹੋਇਆ ਸਮਝੋ। ਇਸੇ ਕਰਕੇ ਦੇਖੋ, ਇਹ ਗੁਰੂ ਨਾਨਕ ਦਾ ਸਿਧਾਂਤ ਹੈ। ਤਾਂ ਹੀ ਤਾਂ ਅਕਸਰ ਦਾਸ ਬੇਨਤੀ ਕਰਦਾ ਹੁੰਦਾ ਹੈ ਕਿ ਸਿੱਖ ਰਾਸ਼ਟਰਵਾਦੀ ਨਹੀਂ ਹੋ ਸਕਦਾ, ਸਿੱਖ ਸਰਬੱਤਵਾਦੀ ਹੈ। ਕਿਉਂਕਿ ਜੇ ਰਾਸ਼ਟਰਵਾਦੀ ਬਣੇਗਾ ਫਿਰ ਤੈਨੂੰ ਇੱਕ ਖਿੱਤੇ ਤੱਕ ਸੀਮਤ ਰਹਿਣਾ ਪਵੇਗਾ, ਪਰ ਜੇ ਸਰਬੱਤਵਾਦੀ ਬਣੇਗਾ ਤਾਂ ਫੇਰ ਹੀ ਤਾਂ ਇਹ ਬੋਲ ਕੇ ਕਹਿ ਸਕਦਾ ਨਾ, ਸਭ ਕੋ ਮੀਤ ਹਮ ਆਪਨ ਕੀਨਾ,
ਹਮ ਸਭਨਾ ਕੇ ਸਾਜਨ, ਫਿਰ ਤਾਂ ਸਾਰੇ ਹੀ ਇਹਨੂੰ ਆਪਣੇ ਮਿੱਤਰ ਲੱਗਣਗੇ। ਇਸ ਕਰਕੇ ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਇੱਕ ਪਰਮਾਤਮਾ ਨੂੰ ਰਮਿਆ ਹੋਇਆ ਸਮਝਣਾ, ਸਾਰੀ ਸ੍ਰਿਸ਼ਟੀ ਦੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਹੀ ਇੱਕ ਜਮਾਤ ਸਮਝਣਾ, ਇਹਦੇ ਵਿੱਚ ਵਰਨ ਵੰਡ ਨਾ ਸਮਝਣਾ, ਇਹਨੂੰ ਹੀ ਤੁਸੀਂ ਆਈ ਪੰਥ ਜਾਣੋ, ਆਈ ਪੰਥੀ ਸਗਲ ਜਮਾਤੀ। ਤੇ ਫਿਰ ਮਹਾਰਾਜ ਨੇ ਬੜੀ ਵੱਡੀ ਗੱਲ ਕਹੀ, ਕਹਿੰਦੇ ਮਨ ਜੀਤੈ ਜਗ ਜੀਤ। ਜੋਗੀਆਂ ਦਾ ਸਾਰਾ ਹੀ ਜ਼ੋਰ ਇਸ ਗੱਲ ਤੇ ਲੱਗਾ ਹੈ ਕਿ ਅਸੀਂ ਆਪਣਾ ਪ੍ਰਭਾਵ ਪਾ ਕੇ ਦੁਨੀਆ ਜਿੱਤ ਲਈਏ। ਪਰ ਮਹਾਰਾਜ ਕਹਿੰਦੇ ਯਾਦ ਰੱਖਿਓ, ਮਨ ਨੂੰ ਜਿੱਤਣ ਵਾਲਾ ਹੀ ਅਸਲ ਦੇ ਵਿੱਚ ਦੁਨੀਆ ਦਾ ਜੇਤੂ ਹੈ। ਤੁਸੀਂ ਸਪਸ਼ਟ ਤੌਰ ਤੇ ਵੇਖ ਲਓ, ਜਿਸ ਮਨੁੱਖ ਨੇ ਕਈ ਦੇਸ਼ ਵੀ ਜਿੱਤੇ ਹੋਣ, ਤਖਤਾਂ ਤੇ ਬਹਿੰਦਾ ਹੈ, ਪਰ ਉਹ ਮਨੁੱਖ ਆਪ ਆਪਣੇ ਮਨ ਦਾ ਗੁਲਾਮ ਹੋਵੇ, ਕਾਹਦਾ ਬਾਦਸ਼ਾਹ ਹੋ? ਹੁਣ ਬਾਦਸ਼ਾਹ ਜਿੱਤਣ ਦਾ ਮਤਲਬ ਇਹ ਹੈ ਨਾ ਵੀ ਜੋ ਹੁਕਮ ਕਰੇ ਬਾਕੀ ਮੰਨਣ। ਮਹਾਰਾਜ ਕਹਿੰਦੇ ਤੂੰ ਤਖਤਾਂ ਤੇ ਬੈਠ ਕੇ ਬਾਦਸ਼ਾਹ ਬਣ ਕੇ ਜਾਂ ਕਿਸੇ ਜੋਗ ਮਤ ਧਾਰਨ ਕਰਕੇ, ਰਿੱਧੀਆਂ ਸਿੱਧੀਆਂ ਧਾਰਨ ਕਰਕੇ ਤੂੰ ਵੈਸੇ ਦੁਨੀਆ ਤੇ ਪ੍ਰਭਾਵ ਪਾ ਕੇ ਦੁਨੀਆ ਜਿੱਤ ਲਵੇਂ, ਦੂਜਿਆਂ ਨੂੰ ਆਪਣੇ ਹੁਕਮ ਥੱਲੇ ਰੱਖਦਾ ਹੋਵੇਂ, ਪਰ ਆਪਦੇ ਤੇ ਤੇਰਾ ਹੁਕਮ ਹੀ ਨਾ ਚੱਲਦਾ ਹੋਵੇ। ਤੂੰ ਰੋਜ਼ ਸੋਚ ਕੇ ਸੌਣਾ ਹੋਵੇ ਵੀ ਮੈਂ 4 ਵਜੇ ਉੱਠਣਾ ਹੈ, ਤੇ ਸੁਬਾਹ ਮਨ ਦੀ ਗੁਲਾਮੀ ਕਰ ਲਵੇਂ, ਉੱਠਿਆ ਹੀ ਨਾ ਜਾਵੇ 7 ਵਜੇ ਤੱਕ, ਕਾਹਦਾ ਤੂੰ ਬਾਦਸ਼ਾਹ ਹੋਇਆ? ਕਾਹਦੀ ਦੁਨੀਆ ਜਿੱਤੀ ਤੂੰ? ਜਿਹੜੇ ਮਨੁੱਖ ਦਾ ਆਪਦੇ ਤੇ ਹੀ ਨਹੀਂ ਵਸ ਚੱਲਦਾ ਪਿਆ, ਉਹ ਕਾਹਦਾ ਮਾਣ ਕਰੇ ਵੀ ਮੇਰਾ ਉਹਦੇ ਤੇ ਵੀ ਵਸ ਚੱਲਦਾ ਪਿਆ? ਇਸ ਕਰਕੇ ਮਹਾਰਾਜ ਕਹਿੰਦੇ ਮਨ ਨੂੰ ਜਿੱਤਣ ਵਾਲਾ ਹੀ ਅਸਲੀ ਜੇਤੂ ਆ, ਕਿਉਂਕਿ ਉਹ ਮਨੁੱਖ ਤੁਸੀਂ ਵੇਖੋ ਕਿੱਡਾ ਵੱਡਾ ਜੇਤੂ ਹੋਵੇਗਾ, ਉਹ ਜੋ ਸੋਚਦਾ ਉਹ ਕਰ ਲੈਂਦਾ। ਉਹਨੇ ਸੋਚਿਆ ਮੈਂ 3 ਵਜੇ ਉੱਠਣਾ ਤੇ ਉੱਠ ਗਿਆ। ਉਹਨੇ ਸੋਚਿਆ ਕਿ ਮੈਂ ਗਰਮ ਨਹੀਂ ਬੋਲਣਾ ਤੇ ਕਦੀ ਗਰਮ ਬੋਲਿਆ ਵੀ ਨਹੀਂ। ਉਹਨੇ ਸੋਚਿਆ ਵੀ ਮੈਂ ਨਿਮਰਤਾ ਧਾਰਨ ਕਰਨੀ ਹੈ ਤੇ ਸੱਚੀ ਨਿਮਰਤਾ ਆ ਗਈ। ਮਨ ਨੂੰ ਜਿੱਤਣ ਵਾਲਾ ਹੀ ਮਹਾਰਾਜ ਕਹਿੰਦੇ ਅਸਲੀ ਜੇਤੂ ਹੈ ਜੀ। ਆਦੇਸ ਤਿਸੈ ਆਦੇਸ। ਫਿਰ ਜਿਵੇਂ ਆਪਾਂ ਫਤਿਹ ਬੁਲਾਉਂਦੇ ਆ ਨਾ, ਇਸੇ ਤਰ੍ਹਾਂ ਜੋਗੀ ਆਦੇਸ਼ ਆਦੇਸ਼ ਕਰਦੇ ਆ। ਤੇ ਮਹਾਰਾਜ ਕਹਿੰਦੇ ਆਦੇਸ਼ ਤੋਂ ਭਾਵ ਹੈ ਨਮਸਕਾਰ, ਪ੍ਰਣਾਮ। ਮੇਰੀ ਪ੍ਰਣਾਮ ਹੈ ਉਸ ਪਰਮਾਤਮਾ ਨੂੰ। ਆਦੇਸ਼ ਤਿਸੈ ਆਦੇਸ਼, ਉਸ ਪਰਮਾਤਮਾ ਨੂੰ ਮੇਰੀ ਨਮਸਕਾਰ ਹੈ ਜੀ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਆਦ ਦਾ ਅਰਥ ਹੈ ਮੁੱਢ, ਉਹ ਪਰਮਾਤਮਾ ਨੂੰ ਨਮਸਕਾਰ ਹੈ ਜਿਹੜਾ ਸਾਰਿਆਂ ਦਾ ਮੁੱਢ ਹੈ। ਅਨੀਲ ਦਾ ਅਰਥ ਹੈ ਜਿਹਨੂੰ ਕਿਸੇ ਤਰ੍ਹਾਂ ਦਾ ਕੋਈ ਕਲੰਕ ਨਹੀਂ ਲੱਗਾ, ਕਲੰਕ ਤੋਂ ਰਹਿਤ ਹੈ। ਕਈਆਂ ਨੂੰ ਕਲੰਕ ਕਹਿੰਦੇ ਨੇ ਵੀ ਉਹਨੇ ਤਾਂ ਕਲੰਕ ਲਾਤਾ ਜੀ। ਰੱਬ ਤੇ ਕੋਈ ਕਲੰਕ ਨਹੀਂ ਲੱਗਾ ਸਾਧ ਸੰਗਤ, ਉਹ ਪਾਕ ਹੈ, ਉਹ ਸਾਫ ਸੁਥਰਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਮੇਰੀ ਉਹਨੂੰ ਨਮਸਕਾਰ ਹੈ ਜਿਹੜਾ ਅਨੀਲ ਹੈ। ਅਨਾਦ ਤੋਂ ਭਾਵ ਜਿਹਦਾ ਕੋਈ ਆਦ ਨਹੀਂ। ਪਰਮਾਤਮਾ ਸਾਰਿਆਂ ਦਾ ਮੁੱਢ ਹੈ, ਪਰ ਪਰਮਾਤਮਾ ਦਾ ਮੁੱਢ ਕੋਈ ਨਹੀਂ। ਕੋਈ ਕਹਿ ਸਕਦਾ ਵੀ ਰੱਬ ਕਦੋਂ ਬਣਿਆ ਸੀ, ਇੰਨੀ ਤਰੀਕ ਨੂੰ ਰੱਬ ਸ਼ੁਰੂ ਹੋਇਆ ਸੀ, ਕੋਈ ਕਹਿ ਸਕਦਾ? ਮਹਾਰਾਜ ਕਹਿੰਦੇ ਨਹੀਂ, ਉਹਦਾ ਕੋਈ ਮੁੱਢ ਹੀ ਨਹੀਂ ਹੈਗਾ। ਉਸ ਪਰਮਾਤਮਾ ਨੂੰ ਆਦੇਸ਼ ਹੈ ਜਿਹੜਾ ਅਨਾਦ ਹੈ। ਤੇ ਅਨਾਹਤ ਦਾ ਅਰਥ ਹੈ ਉਹ ਪਰਮਾਤਮਾ ਜਿਹੜਾ ਕਦੀ ਨਾਸ਼ ਨਹੀਂ ਹੁੰਦਾ, ਜਿਹੜਾ ਕਦੀ ਖਤਮ ਨਹੀਂ ਹੁੰਦਾ। ਉਸ ਵਾਹਿਗੁਰੂ ਨੂੰ ਨਮਸਕਾਰ ਹੈ ਜਿਹੜਾ ਕਦੀ ਖਤਮ ਨਹੀਂ ਹੁੰਦਾ। ਜੁਗ ਜੁਗ ਏਕੋ ਵੇਸ, ਤੇ ਸਦਾ ਜੁਗਾ ਜੁਗਾ ਤੋਂ ਜਿਹੜਾ ਇੱਕੋ ਹੀ ਵੇਸ ਭਾਵ ਇੱਕ ਰਾਸ, ਉਹ ਬਦਲਦਾ ਨਹੀਂ। ਇਹ ਨਹੀਂ ਵੀ ਇੱਕ ਯੁੱਗ ਵਿੱਚ ਕਿਸੇ ਹੋਰ ਢੰਗ ਦਾ ਸੀ, ਅੱਜ ਕਿਸੇ ਉਹਦਾ ਰਵੱਈਆ ਕੁਝ ਹੋਰ ਬਣ ਗਿਆ। ਨਹੀਂ ਨਹੀਂ ਸਾਧ ਸੰਗਤ, ਉਹ ਇੱਕ ਰਾਸ ਵਿਆਪਕ ਹੈ, ਉਹ ਕਦੀ ਬਦਲਦਾ ਨਹੀਂ। ਤੇ ਉਸ ਪਰਮਾਤਮਾ ਨੂੰ ਮਹਾਰਾਜ ਕਹਿੰਦੇ ਆਦੇਸ਼ ਹੈ ਜੀ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ। ਭੁਗਤ ਗਿਆਨ, ਦਇਆ ਨਹੀਂ ਬੋਲਣਾ, ਦਇਆ, ਦੱਦਾ ਈੜੀ ਨੂੰ ਸਿਹਾਰੀ ਤੇ ਐੜੇ ਨੂੰ ਕੰਨਾ, ਦਇਆ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ। ਫਿਰ ਅੱਗੋਂ ਸਤਿਗੁਰੂ ਜੀ ਕਹਿੰਦੇ ਭੁਗਤ ਗਿਆਨ। ਫਿਰ ਹੁਣ ਜਿੱਥੇ ਆਪਾਂ ਇਹ ਚਿੰਨ੍ਹ ਦੱਸੇ, ਉੱਥੇ ਫਿਰ ਜੋਗੀਆਂ ਦੀ ਇੱਕ ਰਵਾਇਤ ਹੈ ਕਿ ਉਹਨਾਂ ਦੇ ਇੱਕ ਤਾਂ ਹੁੰਦੀ ਆ ਜੀ ਭੰਡਾਰਨ, ਤੇ ਫਿਰ ਉਹ ਭੰਡਾਰਨ ਜਿਹੜੀ ਆ ਭੋਜਨ ਵਰਤਾਉਂਦੀ ਆ ਜੋਗੀਆਂ ਨੂੰ। ਤੇ ਜੋਗੀਆਂ ਦਾ ਆਮ ਤੌਰ ਤੇ ਖਾਣਾ ਕੀ ਹੁੰਦਾ ਹੈ ਵੀ ਮੋਟੀਆਂ ਜੀਆਂ ਰੋਟੀਆਂ ਦੇ ਵਿੱਚ ਇਹ ਘਿਓ ਪਾ ਕੇ ਫਿਰ ਉਹਨੂੰ ਚੂਰੀ ਰੂਪ ਦੇ ਵਿੱਚ ਕੁੱਟਦੇ ਨੇ, ਤੇ ਉਹ ਚੂਰਮਾ ਤੇ ਦਾਲ ਇਹ ਭੋਜਨ ਰੂਪ 'ਚ ਖਾਂਦੇ ਨੇ, ਜਿਹਨੂੰ ਇਹ ਭੁਗਤ ਕਹਿ ਦਿੰਦੇ ਆ ਸਾਧ ਸੰਗਤ। ਭੁਗਤ ਆ, ਉਹਨੂੰ ਭੁਗਤ ਕਹਿੰਦੇ ਆ। ਤੇ ਉਹ ਭੁਗਤ ਨੂੰ ਵਰਤਾਉਣ ਵਾਲੀ ਹੁੰਦੀ ਆ ਭੰਡਾਰਨ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਤੁਸੀਂ ਇਹ ਭੁਗਤ ਭੰਡਾਰਨ ਜਿਹੜੀ ਆ ਭੁਗਤ ਵਰਤਾਉਂਦੀ ਹੈ। ਤੇ ਫਿਰ ਜੋਗੀਆਂ ਦੀ ਇਹ ਰਵਾਇਤ ਆ ਵੀ ਜਦੋਂ ਉਹ ਭੁਗਤ ਵਰਤਾਉਣੀ ਹੋਵੇ ਨਾ, ਫਿਰ ਉਹਨਾਂ ਦੇ ਗਲ ਦੇ ਵਿੱਚ ਇੱਕ ਨਾਦੀ ਸਿੰਘੀ ਜਿਹਨੂੰ ਕਹਿ ਦਿੰਦੇ, ਜੋਗੀਆਂ ਦੇ ਗਲ 'ਚ ਸਿੰਘੀ ਪਾਈ ਹੁੰਦੀ ਹੈ। ਫਿਰ ਉਹ ਜਦੋਂ ਉਹ ਭੁਗਤ ਵਰਤਾਉਣੀ ਹੁੰਦੀ ਆ, ਉਦੋਂ ਉਹ ਨਾਦੀ ਵਜਾਉਂਦੇ ਆ। ਤੇ ਜਦੋਂ ਨਾਦੀ ਵਜਾਉਂਦੇ ਆ, ਫਿਰ ਉਹ ਮਤਲਬ ਸਾਰੇ ਉਹ ਭੰਡਾਰਨ ਉਹਨਾਂ ਨੂੰ ਬਾਕੀ ਜੋਗੀਆਂ ਨੂੰ ਭੁਗਤ ਵੰਡਦੇ ਆ, ਤੇ ਫਿਰ ਉਹ ਸਾਰੇ ਬੈਠ ਕੇ ਉਹ ਭੋਜਨ ਛਕਦੇ ਨੇ। ਤਾਂ ਮਹਾਰਾਜ ਨੇ ਇਹਦੇ ਵੀ ਫਿਰ ਗਹਿਰੇ ਅਰਥ ਦੱਸੇ। ਮਹਾਰਾਜ ਕਹਿੰਦੇ ਭੁਗਤ ਗਿਆਨ। ਸਾਡੇ ਵਾਸਤੇ ਭੁਗਤ ਕੀ ਹੋਣੀ ਚਾਹੀਦੀ ਹੈ? ਗਿਆਨ। ਹੁਣ ਗਿਆਨ 2 ਪ੍ਰਕਾਰ ਦਾ ਹੁੰਦਾ ਹੈ। ਇੱਕ ਗਿਆਨ ਹੁੰਦਾ ਜਿਹੜਾ ਅਸੀਂ ਪੜ੍ਹ ਕੇ ਹਾਸਲ ਕੀਤਾ।
ਕੁਝ ਪੜ੍ਹ ਲਿਆ, ਕੁਝ ਸੁਣ ਲਿਆ, ਜਾਂ ਇਸ ਢੰਗ ਦੇ ਨਾਲ ਬਾਹਰੀ ਤੌਰ 'ਤੇ ਕੁਝ ਗਿਆਨ ਹਾਸਲ ਕਰ ਲਿਆ। ਇੱਕ ਤਾਂ ਉਹ ਗਿਆਨ ਹੁੰਦਾ ਹੈ, ਪਰ ਇੱਥੇ ਜਿਹੜੇ ਗਿਆਨ ਦਾ ਜ਼ਿਕਰ ਮੇਰੇ ਸਤਿਗੁਰੂ ਕਰਦੇ ਪਏ ਨੇ, ਉਹ ਗਿਆਨ ਜਿਹੜਾ ਅਨੁਭਵੀ ਗਿਆਨ ਹੈ, ਜਿਹੜਾ ਐਕਸਪੀਰੀਅੰਸਡ ਹੈ, ਜਿਹੜਾ ਕੇਵਲ ਪੜ੍ਹ ਕੇ ਨਹੀਂ ਆਇਆ, ਜਿਹੜਾ ਅੰਦਰੋਂ ਅਨੁਭਵ ਹੋਇਆ ਹੈ। ਮਹਾਰਾਜ ਕਹਿੰਦੇ ਉਸ ਅਨੁਭਵ ਰੂਪੀ ਗਿਆਨ ਨੂੰ ਤੁਸੀਂ ਭੁਗਤ ਬਣਾਓ, ਕਿਉਂਕਿ ਜੇ ਤਨ ਦੀ ਖੁਰਾਕ ਬਾਹਰਲਾ ਭੋਜਨ ਹੈ ਨਾ, ਮਨ ਦੀ ਖੁਰਾਕ ਗਿਆਨ ਹੈ। ਇਸ ਕਰਕੇ ਮਹਾਰਾਜ ਕਹਿੰਦੇ ਮਨ ਨੂੰ ਗਿਆਨ ਰੂਪੀ ਭੁਗਤ ਦੇਵੋ, ਫਿਰ ਜੋਗੀ ਬਣੋਗੇ। ਤੋ ਸਤਿਗੁਰੂ ਜੀ ਕਹਿੰਦੇ ਆਤਮਿਕ ਗਿਆਨ ਸਾਡੇ ਵਾਸਤੇ ਭੁਗਤ ਹੋਵੇ। ਫਿਰ ਅਗਲੀ ਬੜੀ ਕਮਾਲ ਦੀ ਗੱਲ, ਆਪਾਂ ਸੇਵਾ ਵੀ ਕਰਦੇ ਆ ਨਾ, ਤੇ ਆਹ ਸੇਵਾ ਕਰਨ ਵਾਲਿਆਂ ਵਾਸਤੇ ਇਹ ਬੜੀ ਵੱਡੀ ਗੱਲ ਹੈ। ਮਹਾਰਾਜ ਕਹਿੰਦੇ ਦਇਆ ਭੰਡਾਰਨ। ਫਿਰ ਭੰਡਾਰਨ ਕੀ ਹੋਣੀ ਚਾਹੀਦੀ ਹੈ? ਦਇਆ। ਹੁਣ ਵੰਡਦੇ ਤਾਂ ਬਹੁਤ ਜਾਣੇ ਨੇ, ਪਰ ਕਈਆਂ ਵਾਸਤੇ ਦਇਆ ਭੰਡਾਰਨ ਹੁੰਦੀ ਆ, ਪਰ ਉਹ ਵਿਰਲੇ ਹੁੰਦੇ ਨੇ। ਬਹੁਤੇ ਵਾਲੀ ਭੰਡਾਰਨ ਹਉਮੈ ਹੁੰਦੀ ਆ। ਵੰਡਦੇ ਤਾਂ ਬਹੁਤ ਹੈ, ਪਰ ਹਉਮੈ ਦੇ ਅਧੀਨ ਹੋ ਕੇ ਵੀ ਮੈਨੂੰ ਸੋਭਾ ਮਿਲੇਗੀ ਨਾ, ਮੇਰੀਆਂ ਗੱਲਾਂ ਚੱਲਣਗੀਆਂ, ਉਹ ਹਉਮੈ ਦੇ ਅਧੀਨ ਹੋ ਕੇ ਵੰਡਦੇ ਨੇ। ਮਹਾਰਾਜ ਕਹਿੰਦੇ ਜੇ ਗਿਆਨ ਭੁਗਤ ਹੈ ਤੇ ਦਇਆ ਨੂੰ ਭੰਡਾਰਨ ਬਣਾਈ। ਜਦੋਂ ਕਿਸੇ ਨੂੰ ਵੰਡਣਾ ਹੈ ਨਾ, ਦਇਆ ਧਾਰਨ ਕਰਕੇ ਵੰਡੀ। ਜੇ ਦਇਆ ਧਾਰਨ ਕਰਕੇ ਵੰਡੇਗਾ ਨਾ, ਫਿਰ ਉਦਣ ਦੁਨੀਆ ਵਿੱਚ ਤੈਨੂੰ ਸੋਭਾ ਨਹੀਂ ਵੀ ਮਿਲੇਗੀ ਨਾ, ਤਾਂ ਵੀ ਤੂੰ ਵੰਡਦਾ ਹੀ ਰਹੇਗਾ, ਜੇ ਦਇਆ ਨੂੰ ਭੰਡਾਰਨ ਬਣਾ ਲਿਆ। ਜੇ ਹਉਮੈ ਨੂੰ ਭੰਡਾਰਨ ਬਣਾ ਲਿਆ, ਫਿਰ ਬੰਦਾ ਥੋੜ੍ਹਾ ਸਮਾਂ ਕੰਮ ਕਰੇਗਾ। ਜੇ ਤਾਂ ਉਹਦੇ 'ਚ ਪ੍ਰਭਤਾ ਮਿਲਦੀ ਰਹੀ, ਫਿਰ ਤਾਂ ਉਹ ਕਰਦਾ ਰਹੂਗਾ। ਜੇ ਉਹ ਪ੍ਰਭਤਾ ਨਹੀਂ ਮਿਲੀ, ਫਿਰ ਆਪਣਾ ਢੰਗ ਬਦਲ ਲੂਗਾ, ਫਿਰ ਕੋਈ ਹੋਰ ਕੰਮ ਛੋਹ ਲੂਗਾ, ਕਿਉਂਕਿ ਉਹਦਾ ਮਕਸਦ ਹੀ ਪ੍ਰਭਤਾ ਲੈਣਾ ਹੈ ਨਾ, ਜੇ ਹਉਮੈ ਨੂੰ ਭੰਡਾਰਨ ਬਣਾਇਆ। ਪਰ ਜੇ ਦਇਆ ਨੂੰ ਭੰਡਾਰਨ ਬਣਾਇਆ, ਫਿਰ ਉਹਨੂੰ ਮੈਟਰ ਨਹੀਂ ਕਰਦਾ ਲੋਕ ਮੈਨੂੰ ਚੰਗਾ ਆਖਦੇ ਕਿ ਨਹੀਂ ਆਖਦੇ, ਫਿਰ ਉਹ ਵੰਡਦਾ ਰਹੂਗਾ, ਵੰਡਦਾ ਰਹੂਗਾ। ਵੰਡਿਆ ਮੇਰੇ ਪਾਤਸ਼ਾਹ ਨੇ। ਲੋਕੀ ਮੇਰੇ ਗੁਰੂ ਨਾਨਕ ਸਾਹਿਬ ਨੂੰ ਉਸ ਵਕਤ ਕੁਰਾਈਆ ਕਹਿੰਦੇ ਰਹੇ, ਭੂਤਨਾ ਕਹਿੰਦੇ ਰਹੇ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ। ਪਰ ਮੇਰੇ ਸਤਿਗੁਰੂ ਜੀ ਨੂੰ ਜੇ ਕਿਸੇ ਨੇ ਭੂਤਨਾ ਆਖਿਆ, ਜੇ ਕਿਸੇ ਨੇ ਵੱਟੇ ਮਾਰੇ, ਕਿ ਮੇਰੇ ਸਤਿਗੁਰਾਂ ਨੇ ਉਹ ਅਨੁਭਵੀ ਗਿਆਨ ਵੰਡਣਾ ਬੰਦ ਕਰਤਾ? ਨਹੀਂ, ਮਹਾਰਾਜ ਤਾਂ ਫਿਰ ਵੀ ਵੰਡਦੇ ਗਏ। ਕਿਉਂ? ਕਿਉਂਕਿ ਉਹਨਾਂ ਨੂੰ ਦਇਆ ਰੂਪੀ ਭੰਡਾਰਨ ਉਹਨਾਂ ਨੇ ਧਾਰਨ ਕੀਤੀ ਸੀ ਸਾਧ ਸੰਗਤ। ਇਸ ਕਰਕੇ ਦਇਆ ਹਿਰਦੇ 'ਚ ਹੋਣੀ ਚਾਹੀਦੀ ਆ। ਦਇਆ ਨਹੀਂ ਹੋਵੇਗੀ ਤੇ ਵੰਡਿਆ ਵੀ ਨਹੀਂ ਜਾਣਾ ਸਾਧ ਸੰਗਤ। ਦਇਆ ਹੋਏਗੀ ਫੇਰ ਹੀ ਵੰਡਣ ਨੂੰ ਜੀ ਕਰੇਗਾ ਨਾ, ਫੇਰ ਹੀ ਮਨੁੱਖ ਕਵੇਗਾ ਨਾ ਜੋ ਕੁਝ ਮੇਰੇ ਕੋਲ ਹੈ ਮੈਂ ਵੰਡਾਂ। ਇਹ ਕੁਝ ਤਾਂ ਉਹਦੇ ਕੋਲ ਵੀ ਹੋਣਾ ਚਾਹੀਦਾ। ਜੇ ਮੈਂ ਦਸਤਾਰ ਬੰਨ੍ਹ ਲੈਣਾ ਹੈ ਤੇ ਉਹਨੂੰ ਵੀ ਦਸਤਾਰ ਆਉਣੀ ਚਾਹੀਦੀ ਆ। ਜੇ ਮੈਂ ਕੇਸ ਰੱਖੇ ਨੇ, ਮੈਂ ਉਹਨੂੰ ਵੀ ਸਿਖਾਵਾਂ ਕਿ ਕੇਸਾਂ ਦੀ ਕੀ ਮਹੱਤਤਾ ਹੈ, ਜੇ ਦਇਆ ਹੋਵੇਗੀ ਤਾਂ। ਤੋ ਜੇ ਆ ਦਇਆ ਭਾਵਨਾ ਹੋਏਗੀ ਨਾ ਸਾਧ ਸੰਗਤ, ਫੇਰ ਹੀ ਇਹ ਗਿਆਨ ਰੂਪੀ ਭੁਗਤ ਵੰਡੀ ਜਾਣੀ ਹੈ। ਮਹਾਰਾਜ ਕਹਿੰਦੇ ਅਨੁਭਵੀ ਗਿਆਨ ਨੂੰ ਤੂੰ ਭੁਗਤ ਬਣਾ ਔਰ ਦਇਆ ਨੂੰ ਭੰਡਾਰਨ ਬਣਾ। ਫਿਰ ਜਿਹੜੀ ਤੁਸੀਂ ਨਾਦੀ ਵਜਾਉਂਦੇ ਹੋ ਨਾ, ਉਹ ਨਾਦੀ ਕੀ ਹੋਵੇ? ਮਹਾਰਾਜ ਕਹਿੰਦੇ ਤੁਸੀਂ ਤਾਂ ਗਲ ਵਿੱਚ ਪਾਈ ਹੋਈ ਸਿੰਘੀ ਵਜਾਉਂਦੇ ਜੇ ਨਾ। ਆਓ ਮੈਂ ਤੁਹਾਨੂੰ ਦੱਸਾਂ, ਇੱਕ ਨਾਦ ਤਾਂ ਘਟ ਘਟ 'ਚ ਵੱਜਦਾ ਪਿਆ ਹੈ। ਉਹ ਵਾਹਿਗੁਰੂ ਜੀ ਦਾ ਸ਼ਬਦ ਤਾਂ ਜ਼ਰੇ ਜ਼ਰੇ 'ਚ ਬੋਲਦਾ ਪਿਆ ਨਾ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਹ ਵਾਹਿਗੁਰੂ ਜੀ ਦਾ ਸ਼ਬਦ ਤਾਂ ਘਟ ਘਟ ਵਿੱਚ ਵੱਜਦਾ ਪਿਆ ਹੈ। ਤੁਸੀਂ ਉਹਨੂੰ ਸਰਵਣ ਕਰਨ ਦਾ ਯਤਨ ਕਰੋ ਜੀ। ਆਪ ਨਾਥ ਨਾਥੀ ਸਭ ਜਾ ਕੀ, ਰਿੱਧ ਸਿੱਧ ਅਵਰਾ ਸਾਧ। ਫਿਰ ਜੋਗੀਆਂ ਦੇ ਚੇਲੇ ਹੁੰਦੇ ਨੇ, ਤੇ ਉਹਨਾਂ ਚੇਲਿਆਂ ਦਾ ਜਿਹੜਾ ਸਰਮੋਰ ਹੁੰਦਾ ਹੈ ਉਹਨੂੰ ਨਾਥ ਕਹਿੰਦੇ। ਜਿਵੇਂ ਗੋਰਖਨਾਥ ਸੁਣਿਆ ਆਪਾਂ, ਤੋ ਇੱਕ ਨਾਥ ਹੁੰਦਾ ਹੈ, ਬਾਕੀ ਉਹਦੇ ਚੇਲੇ ਹੁੰਦੇ ਨੇ। ਤੋ ਸਤਿਗੁਰੂ ਜੀ ਕਹਿੰਦੇ ਅਸੀਂ ਕਿਸੇ ਨੂੰ ਨਾਥ ਨਹੀਂ ਬਣਾਇਆ, ਸਾਡਾ ਨਾਥ ਤਾਂ ਰੱਬ ਹੀ ਹੈ, ਆਪ ਨਾਥ। ਉਹ ਵਾਹਿਗੁਰੂ ਹੀ ਸਾਡਾ ਨਾਥ ਹੈ, ਉਹਨੂੰ ਨਾਥ ਬਣਾਓ। ਕਿਸੇ ਮਨੁੱਖ ਨੂੰ ਨਾਥ ਬਣਾਉਣ ਦੀ ਲੋੜ ਨਹੀਂ, ਕਿਸੇ ਮਨੁੱਖ ਦੇ ਚੇਲੇ ਬਣਨ ਦੀ ਲੋੜ ਨਹੀਂ, ਰੱਬ ਦੇ ਚੇਲੇ ਬਣੋ। ਇਸੇ ਕਰਕੇ ਤਾਂ ਦੇਖੋ ਆਪਾਂ ਆਪਣੀ ਸੰਸਥਾ ਦਾ ਨਾਮ ਵੀ ਸ਼ਾਗਿਰਦੇ ਗੁਰੂ ਨਾਨਕ ਰੱਖਿਆ ਹੈ ਨਾ। ਅਸੀਂ ਕਿਸੇ ਬੰਦੇ ਦੇ ਚੇਲੇ ਨਹੀਂ ਬਣਨਾ। ਆਓ ਅਸੀਂ ਆਪਣਾ ਨਾਥ ਗੁਰੂ ਨਾਨਕ ਨੂੰ ਬਣਾਈਏ ਸਾਧ ਸੰਗਤ। ਮਹਾਰਾਜ ਕਹਿੰਦੇ ਆਪ ਨਾਥ ਨਾਥੀ ਸਭ ਜਾ ਕੀ। ਉਸ ਵਾਹਿਗੁਰੂ ਨੂੰ ਆਪਣਾ ਨਾਥ ਬਣਾਓ ਜਿਹਨੇ ਪੂਰੀ ਦੁਨੀਆ ਨੂੰ ਨੱਥੀ ਕੀਤਾ ਹੋਇਆ, ਭਾਵ ਸਾਰੀ ਦੁਨੀਆ ਜਿਹਦੇ ਵੱਸ ਵਿੱਚ ਹੈ। ਉਸ ਵਾਹਿਗੁਰੂ ਨੂੰ ਆਪਣਾ ਨਾਥ ਬਣਾਓ। ਤੇ ਮਹਾਰਾਜ ਕਹਿੰਦੇ ਫਿਰ ਰਿੱਧ ਸਿੱਧ ਅਵਰਾ ਸਾਧ। ਫਿਰ ਜੋਗੀ ਜਿਹੜੇ ਨੇ ਉਹ ਫਿਰ ਕੁਝ ਜੁਗਤੀਆਂ ਦੇ ਨਾਲ, ਆਪਣੇ ਬੜੀ ਕਰੜੀ ਘਾਲਣਾ ਦੇ ਨਾਲ ਫਿਰ ਰਿੱਧੀਆਂ ਸਿੱਧੀਆਂ ਨੂੰ ਪ੍ਰਗਟ ਕਰ ਲੈਂਦੇ ਨੇ। ਰਿੱਧੀਆਂ ਸਿੱਧੀਆਂ ਕੁਝ ਪ੍ਰਕਾਰਾਂ ਦੀਆਂ ਹੁੰਦੀਆਂ, ਵੀ ਬਿਲਕੁਲ ਬਰੀਕ ਬਣ ਜਾਣਾ, ਆਕਾਰ ਵੱਡਾ ਕਰ ਲੈਣਾ, ਆਪਣੀ ਇੱਛਾ ਨੂੰ ਕਿਸੇ ਢੰਗ ਨਾਲ ਪੂਰੇ ਕਰ ਲੈਣਾ। ਇਸ ਤਰ੍ਹਾਂ ਦੀਆਂ ਰਿੱਧੀਆਂ ਸਿੱਧੀਆਂ ਜੋਗੀਆਂ ਦੇ ਕੋਲ ਹੁੰਦੀਆਂ ਨੇ। ਪਰ ਮਹਾਰਾਜ ਕਹਿੰਦੇ ਤੁਸੀਂ ਰਿੱਧੀਆਂ ਸਿੱਧੀਆਂ ਨੂੰ ਸਫਲਤਾ ਮੰਨ ਲਿਆ, ਪਰ ਰਿੱਧੀਆਂ ਸਿੱਧੀਆਂ ਸਫਲਤਾ ਨਹੀਂ, ਇਹ ਵੀ ਅਵਰਾ ਸਾਧ ਹੀ ਹੈ। ਜਿਵੇਂ ਮੇਰੇ ਸਤਿਗੁਰਾਂ ਨੇ ਕਿਹਾ ਨਾ, ਬਾਬਾ ਹੋਰ ਖਾਣਾ ਖੁਸ਼ੀ ਖਵਾਰ,
ਜਿਤ ਖਾਧੈ ਤਨ ਪੀੜੀਐ ਮਨ ਮਹਿ ਚਲੇ ਵਕਾਰ। ਜਿਵੇਂ ਲੋੜ ਤੋਂ ਵੱਧ ਖਾਣਾ ਵੀ ਅਵਰਾ ਸਾਧ। ਅਵਰਾ ਸਾਧ ਭਾਵ ਉਹ ਚਸਕਾ, ਉਹ ਸਵਾਦ ਜਿਹੜਾ ਸਵਾਦ ਰੱਬ ਦਾ ਸਵਾਦ ਨਾ ਆਉਣ ਦੇਵੇ, ਉਹ ਰਸ ਜਿਹਦੇ ਕਰਕੇ ਰੱਬ ਦੇ ਨਾਮ ਦਾ ਰਸ ਨਾ ਆਵੇ। ਜਿਵੇਂ ਜਿਨ੍ਹਾਂ ਮਨੁੱਖਾਂ ਦਾ ਧਿਆਨ ਖਾਣ 'ਚ ਹੀ ਲੱਗਾ ਹੋਇਆ ਹੈ, ਉਹ ਜ਼ੁਬਾਨ ਦਾ ਰਸ ਉਹਨਾਂ ਨੂੰ ਨਾਮ ਦਾ ਰਸ ਨਹੀਂ ਆਉਣ ਦੇਵੇਗਾ। ਕਾਮ ਦਾ ਰਸ ਮਨੁੱਖ ਨੂੰ ਨਾਮ ਦਾ ਰਸ ਨਹੀਂ ਆਉਣ ਦੇਵੇਗਾ। ਜਿਨ੍ਹਾਂ ਨੂੰ ਦੇਖਣ ਦਾ ਰਸ ਹੈ, ਵੇਖੀ ਗਏ ਮੋਬਾਈਲ 'ਤੇ, ਜਿਨ੍ਹਾਂ ਨੂੰ ਗਾਣੇ ਗੰਦੇ ਗੀਤ ਸੁਣਨ ਦਾ ਰਸ ਹੈ, ਉਹਨਾਂ ਨੂੰ ਕੀਰਤਨ 'ਚ ਰਸ ਕਿੱਥੇ ਆਉਣਾ ਹੈ। ਤੋ ਜਿਸ ਪ੍ਰਕਾਰ ਸਾਧ ਸੰਗਤ ਗੰਦੇ ਗੀਤ ਸੁਣਨਾ ਅਵਰਾ ਸਾਧ ਹੈ, ਜਿਸ ਤਰ੍ਹਾਂ ਹੋਰ ਖਾਣਾ ਅਵਰਾ ਸਾਧ ਹੈ, ਹੋਰ ਪਹਿਨਣਾ ਅਵਰਾ ਸਾਧ ਹੈ, ਹੋਰ ਤਰ੍ਹਾਂ ਦੇ ਰਸ ਭੋਗਣੇ ਅਵਰਾ ਸਾਧ ਹੈ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਰਿੱਧੀਆਂ ਸਿੱਧੀਆਂ ਵੀ ਅਵਰਾ ਸਾਧ ਹੀ ਹੈ। ਕਿਉਂਕਿ ਰਿੱਧੀਆਂ ਸਿੱਧੀਆਂ ਧਾਰਨ ਕਰਕੇ ਵੀ ਅਸੀਂ ਰੱਬ ਨੂੰ ਭੁੱਲ ਜਾਂਦੇ ਹਾਂ। ਸਾਡਾ ਧਿਆਨ ਜਿਹੜਾ ਹੈ ਉਹ ਰਿੱਧੀਆਂ ਸਿੱਧੀਆਂ ਦੇ ਨਾਲ ਦੁਨੀਆ ਨੂੰ ਪ੍ਰਭਾਵਿਤ ਕਰਨ 'ਚ ਲੱਗ ਜਾਂਦਾ ਹੈ, ਪੋਪੂਲੈਰਿਟੀ ਲੈਣ 'ਚ ਲੱਗ ਜਾਂਦਾ ਵੀ ਲੋਕ ਗੱਲਾਂ ਕਰਨ, ਜੀ ਇਹਦੇ ਕੋਲ ਤਾਂ ਰਿੱਧੀਆਂ ਸਿੱਧੀਆਂ ਬੜੀਆਂ, ਇਹ ਤਾਂ ਇਸ ਤਰ੍ਹਾਂ ਜੀ ਮੰਤਰ ਮਾਰ ਕੇ ਆਹ ਕੁਝ ਕਰ ਦਿੰਦਾ। ਮਹਾਰਾਜ ਕਹਿੰਦੇ ਫਿਰ ਇਹ ਸਵਾਦ ਵੀ ਤਾਂ ਤੁਹਾਨੂੰ ਰੱਬ ਤੋਂ ਭਟਕਾਉਂਦਾ ਹੀ ਪਿਆ ਹੈ ਨਾ। ਇਸ ਕਰਕੇ ਰਿੱਧ ਸਿੱਧ ਵੀ ਜਿਹੜਾ ਹੈ ਇਹ ਅਵਰਾ ਸਾਧ ਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਹਦੇ ਤੋਂ ਉੱਪਰ ਉੱਠਣਾ ਕਰੋ ਜੀ। ਸੰਜੋਗ ਵਿਜੋਗ ਦੋਏ ਕਾਰ ਚਲਾਵਹਿ, ਲੇਖੇ ਆਵਹਿ ਭਾਗ। ਸਤਿਗੁਰੂ ਜੀ ਕਹਿੰਦੇ ਆ ਦੋ ਜੁਗਤੀਆਂ, ਆ ਦੋ ਢੰਗਾਂ ਦੇ ਨਾਲ ਦੁਨੀਆ ਦੀ ਕਾਰ ਚੱਲਦੀ ਪਈ, ਇੱਕ ਸੰਜੋਗ ਤੇ ਇੱਕ ਵਿਜੋਗ। ਸੰਜੋਗ ਦਾ ਅਰਥ ਹੈ ਮਿਲਣਾ, ਵਿਜੋਗ ਦਾ ਅਰਥ ਹੈ ਵਿਛੜਨਾ। ਤੇ ਆਹੀ ਕੁਝ ਦੁਨੀਆ 'ਚ ਚੱਲਦਾ ਪਿਆ ਹੈ। ਕੁਝ ਸੱਜਣ ਮਿਲਦੇ ਨੇ, ਕੁਝ ਵਿਛੜ ਜਾਂਦੇ ਨੇ। ਜੇ ਦਾਦਾ ਦਾਦੀ ਵਿਛੜ ਗਏ, ਗਾਂ ਪੁੱਤ ਪੋਤਰੇ ਹੋ ਗਏ, ਫਿਰ ਉਹਨਾਂ ਦੇ ਦਾਦਾ ਦਾਦੀ ਵਿਛੜ ਗਏ, ਅੱਗੋਂ ਪੁੱਤ ਪੋਤਰੇ ਹੋ ਗਏ, ਪਿਛਲੇ ਵਿਛੜਦੇ ਨੇ, ਅਗਲੇ ਮਿਲ ਜਾਂਦੇ। ਤੇ ਰੱਬ ਨੇ ਇਹ ਢੰਗ ਬਣਾਇਆ ਹੋਇਆ, ਇੰਝ ਹੀ ਦੁਨੀਆ ਚਲਾ ਰਿਹਾ ਉਹ। ਕਈ ਵਾਰੀ ਮਨੁੱਖ ਟੁੱਟ ਜਾਂਦੇ, ਜੀ ਫਲਾਣਾ ਮੇਰੇ ਤੋਂ ਵਿਛੜ ਗਿਆ। ਜੇ ਮਹਾਰਾਜ ਕਿਸੇ ਨੂੰ ਵਿਛੋੜਦਾ, ਕਿਸੇ ਨੂੰ ਮਿਲਾ ਵੀ ਦਿੰਦਾ ਹੈ। ਇਸ ਤਰ੍ਹਾਂ ਐਵੇਂ ਦੁਨੀਆ ਚੱਲਦੀ ਆਉਂਦੀ ਆ ਸਾਧ ਸੰਗਤ, ਕਿਸੇ ਦਾ ਵਿਛੜਨਾ ਹੈ ਤੇ ਕਿਸੇ ਦਾ ਮਿਲਣਾ ਹੈ। ਤੇ ਇੱਕ ਤਾਂ ਇਹ ਹੋ ਗਿਆ। ਇਸੇ ਤਰ੍ਹਾਂ ਜਦੋਂ ਗੁਰੂ ਨਾਲ ਜੁੜਨਾ ਹੈ ਨਾ, ਇੱਥੇ ਵੀ ਸੰਜੋਗ ਵਿਜੋਗ ਚੱਲਣਗੇ। ਗੁਰੂ ਨਾਲ ਜੁੜਾਂਗੇ, ਮਾਇਆ ਨਾਲੋਂ ਵਿਛੜਾਂਗੇ। ਗੁਣਾਂ ਨਾਲ ਜੁੜਾਂਗੇ, ਔਗਣਾਂ ਤੋਂ ਵਿਛੜਾਂਗੇ। ਉਲਟਾ ਵੀ ਹੋ ਸਕਦਾ ਹੈ, ਔਗਣਾਂ ਨਾਲ ਜੁੜਾਂਗੇ, ਗੁਣਾਂ ਤੋਂ ਵਿਛੜ ਜਾਵਾਂਗੇ। ਮਾਇਆ ਨਾਲ ਭਾਵ ਕਿਸੇ ਹੋਰ ਅਨਰਸ ਨਾਲ ਜੁੜਾਂਗੇ, ਗੁਰੂ ਤੋਂ ਵਿਛੜ ਜਾਵਾਂਗੇ। ਇੰਜ ਦੁਨੀਆ ਚੱਲਦੀ ਪਈ ਆ ਨਾ, ਸੰਜੋਗ ਤੇ ਵਿਜੋਗ ਦੇ ਨਾਲ ਇਸ ਤਰ੍ਹਾਂ ਦੁਨੀਆ ਚੱਲਦੀ ਪਈ ਹੈ। ਮਹਾਰਾਜ ਕਹਿੰਦੇ ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਉਹ ਵਾਹਿਗੁਰੂ ਜਿਹੜਾ ਹੈ ਉਹ ਸੰਜੋਗ ਤੇ ਵਿਜੋਗ ਦੇ ਨਾਲ ਇਹ ਕਾਰ ਆਪਣਾ ਕੰਮ ਚਲਾਈ ਜਾ ਰਿਹਾ ਹੈ। ਲੇਖੇ ਆਵੇ ਹੈ ਭਾਗ, ਭਾਗ ਦਾ ਅਰਥ ਹੈ ਹਿੱਸੇ ਆਉਣਾ। ਮਹਾਰਾਜ ਕਹਿੰਦੇ ਇਹ ਸੰਜੋਗ ਤੇ ਵਿਜੋਗ ਫਿਰ ਕਿਵੇਂ ਵਰਤਦੇ ਨੇ, ਕਿਵੇਂ ਕਿਸੇ ਦੇ ਨਾਲ ਮਿਲਣਾ ਤੇ ਵਿਛੜਨਾ ਹੁੰਦਾ ਹੈ। ਮਹਾਰਾਜ ਕਹਿੰਦੇ ਜਿਵੇਂ ਅਸੀਂ ਕਰਮ ਕਰਦੇ ਹਾਂ ਉਹਦੇ ਅਨੁਸਾਰ ਸਾਡੇ ਲੇਖੇ ਲਿਖੇ ਜਾਂਦੇ ਨੇ, ਉਹਨਾਂ ਲੇਖਿਆਂ ਦੇ ਅਨੁਸਾਰ ਹੀ ਫਿਰ ਸਾਡੇ ਹਿੱਸੇ ਦੁੱਖ ਤੇ ਸੁੱਖ ਆਉਂਦੇ ਨੇ। ਲੇਖਿਆਂ ਅਨੁਸਾਰ ਹੀ ਸਾਡੇ ਹਿੱਸੇ ਫਿਰ ਮਿਲਣਾ ਤੇ ਵਿਛੜਨਾ ਹੁੰਦਾ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਇਹ ਕੁਝ ਜੋ ਕੁਝ ਵਰਤਦਾ ਹੈ ਸੰਜੋਗ ਤੇ ਵਿਜੋਗ, ਕਿਸੇ ਦਾ ਮਿਲਣਾ, ਕਿਸੇ ਦਾ ਵਿਛੜਨਾ, ਦੁੱਖ ਤੇ ਸੁੱਖ, ਫਿਰ ਇਹ ਸਾਡੇ ਕਰਮਾਂ ਦੇ ਲੇਖੇ ਅਨੁਸਾਰ ਹੀ ਹੁੰਦਾ ਹੈ ਜੀ। ਆਦੇਸ ਤਿਸੈ ਆਦੇਸ, ਨਮਸਕਾਰ ਹੈ ਉਸ ਪਰਮਾਤਮਾ ਨੂੰ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਨਮਸਕਾਰ ਹੈ ਉਸ ਪਰਮਾਤਮਾ ਨੂੰ ਜਿਹੜਾ ਸਾਰਿਆਂ ਦਾ ਮੁੱਢ ਹੈ, ਜਿਹਨੂੰ ਕਦੀ ਕਲੰਕ ਨਹੀਂ ਲੱਗਦਾ, ਜਿਹੜਾ ਕਦੀ ਜੰਮਦਾ ਨਹੀਂ ਤੇ ਜਿਹੜਾ ਕਦੀ ਮਰਦਾ ਨਹੀਂ, ਤੇ ਜਿਹੜਾ ਇੱਕ ਰਸ ਵਿਆਪਕ ਹੈ ਜੀ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਣ। ਹਾਂਜੀ, ਹੁਣ ਅਗਲੀ ਗੱਲ ਬੜਾ ਧਿਆਨ ਦੇਣ ਯੋਗ। ਏਕਾ ਮਾਈ, ਫਿਰ ਜੁਗਤ ਵਿਆਈ ਬੋਲਣਾ, ਇਹਨੂੰ ਭਾਰਾ ਕਰਕੇ ਨਹੀਂ ਬੋਲਣਾ, ਵਿਆਹੀ ਨਹੀਂ ਬੋਲਣਾ, ਇਹਨੂੰ ਵਿਆਹੀ ਬੋਲਣਾ ਹੈ। ਕਿਉਂਕਿ ਇੱਥੇ ਅਰਥ ਸ਼ਾਦੀ ਵਾਲੇ ਨਹੀਂ ਹੈਗੇ। ਜਦੋਂ ਵਿਆਹੀ ਕਰਕੇ ਬੋਲਾਂਗੇ ਨਾ, ਵਿਆਹੀ ਦੇ ਅਰਥ ਮਤਲਬ ਕਿ ਸ਼ਾਦੀ ਕਰ ਲੈਣੀ, ਮੈਰਿਜ ਕਰ ਲੈਣੀ। ਪਰ ਇੱਥੇ ਵਿਆਹੀ ਦਾ ਅਰਥ ਮੈਰਿਜ ਨਹੀਂ ਹੈਗੀ। ਇੱਥੇ ਵਿਆਹੀ ਦਾ ਅਰਥ ਹੈ ਪ੍ਰਸੂਤ ਹੋਣਾ, ਜਨਮ ਦੇਣਾ। ਇਹ ਪ੍ਰਚਲਿਤ ਗੱਲ ਸੀ, ਇੱਕ ਮਨੌਤ ਸੀ ਕਿ ਜਿਹੜੀ ਮਾਇਆ ਹੈ, ਕੁਦਰਤ ਜਿਹੜੀ ਪ੍ਰਕਿਰਤੀ ਹੈ, ਇਹ ਕਿਸੇ ਜੁਗਤੀ ਦੇ ਨਾਲ ਪ੍ਰਸੂਤ ਹੋਈ ਤੇ ਉਹਨੇ ਤਿੰਨ ਚੇਲਿਆਂ ਨੂੰ ਜਨਮ ਦਿੱਤਾ। ਪ੍ਰਮਨੀਖ ਮੰਨੇ ਜਾਂਦੇ, ਜਿਹੜੇ ਮੰਨਿਆ ਜਾਂਦਾ ਹੈ ਵੀ ਆ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ, ਤਿੰਨ ਚੇਲੇ ਪ੍ਰਵਾਨ। ਇਹ ਮਨੌਤ ਹੈ। ਇਹਦੇ ਦੂਸਰੇ ਅਰਥ ਵੀ ਕੀਤੇ ਜਾਂਦੇ। ਏਕਾ ਦਾ ਅਰਥ ਅਕਾਲ ਪੁਰਖ, ਅਕਾਲ ਪੁਰਖ ਨੇ ਮਾਇਆ ਬਣਾਈ
ਤੇ ਫਿਰ ਮਾਇਆ ਜਿਹੜੀ ਕਿਸੇ ਜੁਗਤ ਦੇ ਨਾਲ ਪ੍ਰਸੂਤ ਹੋਈ ਤੇ ਉਹਦੇ ਵਿੱਚੋਂ ਫਿਰ 3 ਚੇਲੇ ਜਿਹੜੇ ਜਨਮ ਲੈਂਦੇ ਨੇ। ਉਹ 3 ਚੇਲੇ ਕਿਹੜੇ ਨੇ? ਇਹ ਪਹਿਲਾਂ ਇੱਕ ਦੁਨੀਆ ਦੀ ਮਨੌਤ ਦੱਸਦੇ ਪਏ ਨੇ ਮੇਰੇ ਸਤਿਗੁਰੂ, ਫਿਰ ਉਸ ਤੋਂ ਬਾਅਦ ਮੇਰੇ ਸਤਿਗੁਰੂ ਆਪਣਾ ਪੱਖ ਰੱਖਣਗੇ। ਮਹਾਰਾਜ ਕਹਿੰਦੇ ਇਹ ਪ੍ਰਚਲਿਤ ਗੱਲ ਹੈ ਕਿ ਮਾਇਆ ਇੱਕ ਜੁਗਤੀ ਦੇ ਨਾਲ ਪ੍ਰਸੂਤ ਹੋਈ ਤੇ ਉਹਨੇ 3 ਚੇਲਿਆਂ ਨੂੰ ਜਨਮ ਦਿੱਤਾ, 3 ਪੁੱਤਰਾਂ ਨੂੰ ਜਨਮ ਦਿੱਤਾ। ਉਹ 3 ਪੁੱਤਰ ਕਿਹੜੇ ਨੇ? ਇਹ ਅੱਗੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਇੱਕ ਸੰਸਾਰੀ, ਇੱਕ ਪੁੱਤਰ ਹੋਇਆ ਜਿਹਨੂੰ ਬ੍ਰਹਮਾ ਕਹਿ ਦਿੰਦੇ, ਸੰਸਾਰ ਬਣਾਉਣ ਵਾਲਾ। ਇਹ ਪ੍ਰਚਲਿਤ ਗੱਲ ਹੈ ਵੀ ਬ੍ਰਹਮਾ ਉਹ ਜਿਹਨੇ ਸ੍ਰਿਸ਼ਟੀ ਨੂੰ ਬਣਾਇਆ। ਫਿਰ ਇੱਕ ਭੰਡਾਰੀ, ਭੰਡਾਰੀ ਵਿਸ਼ਨੂੰ ਜੀ ਨੂੰ ਕਹਿ ਦਿੰਦੇ ਨੇ ਵੀ ਬ੍ਰਹਮੇ ਨੇ ਸੰਸਾਰ ਬਣਾਇਆ, ਵਿਸ਼ਨੂੰ ਜੀ ਉਹਦੀ ਪਾਲਣਾ ਕਰਦੇ ਨੇ। ਤੇ ਇੱਕ ਲਾਏ ਦੀ ਬਾਣ, ਤੇ ਇੱਕ ਫਿਰ ਦਰਬਾਰ ਲਾਉਂਦਾ ਹੈ, ਸ਼ਿਵ ਜੀ ਉਹਨੂੰ ਕਹਿ ਦਿੰਦੇ ਵੀ ਜਿਹੜਾ ਸੰਘਾਰ ਕਰਦਾ, ਕਚਹਿਰੀ ਲਾਉਂਦਾ ਹੈ, ਫਿਰ ਨਾਸ਼ ਕਰਦਾ ਹੈ। ਇਹ 3 ਇਹ ਪ੍ਰਚਲਿਤ ਹੈ ਨਾ ਗੱਲ ਸਾਧ ਸੰਗਤ, ਵੀ ਸੰਸਾਰ ਨੂੰ ਬਣਾਉਣ ਵਾਲਾ ਬ੍ਰਹਮਾ ਹੋ ਗਿਆ, ਸੰਸਾਰ ਦੀ ਪਾਲਣਾ ਕਰਨ ਵਾਲਾ ਵਿਸ਼ਨੂੰ ਹੋ ਗਿਆ, ਤੇ ਸੰਸਾਰ ਦਾ ਨਾਸ਼ ਕਰਨ ਵਾਲਾ ਸ਼ਿਵ ਜੀ ਹੋ ਗਿਆ। ਇਹ ਤਾਂ ਪ੍ਰਚਲਿਤ ਗੱਲ ਸੀ। ਫਿਰ ਇਸ ਤੋਂ ਬਾਅਦ ਮੇਰੇ ਸਤਿਗੁਰੂ ਜੀ ਆਪਣਾ ਪੱਖ ਰੱਖਦੇ ਹਨ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਮਹਾਰਾਜ ਕਹਿੰਦੇ ਭੁਲੇਖੇ 'ਚ ਤੁਰੇ ਫਿਰਦੇ ਹੋ ਵੀ ਬ੍ਰਹਮਾ ਨੇ ਸ੍ਰਿਸ਼ਟੀ ਸਾਜੀ, ਵਿਸ਼ਨੂੰ ਸੰਸਾਰ ਨੂੰ ਪਾਲਦਾ ਹੈ ਤੇ ਸ਼ਿਵ ਜੀ ਨਾਸ਼ ਕਰਦਾ ਹੈ। ਮਹਾਰਾਜ ਕਹਿੰਦੇ ਨਹੀਂ, ਸੁਣ ਲਿਓ ਗੱਲ। ਜਿਵ ਤਿਸ ਭਾਵੈ, ਜਿਵੇਂ ਉਸ ਇੱਕ ਅਕਾਲ ਪੁਰਖ ਨੂੰ ਭਾਉਂਦਾ ਹੈ ਨਾ, ਹੋਣਾ ਤਾਂ ਉਵੇਂ ਹੀ ਹੈ। ਕਿਸੇ ਬ੍ਰਹਮੇ ਦੀ ਮਰਜ਼ੀ ਨਹੀਂ ਚੱਲਣੀ, ਕਿਸੇ ਵਿਸ਼ਨੂੰ ਦੀ ਮਰਜ਼ੀ ਨਹੀਂ ਚੱਲਣੀ, ਕਿਸੇ ਸ਼ਿਵ ਜੀ ਦੀ ਮਰਜ਼ੀ ਨਹੀਂ ਚੱਲਣੀ। ਜਿਵ ਤਿਸ ਭਾਵੈ, ਜਿਵੇਂ ਉਹਨੂੰ ਭਾਉਂਦਾ ਹੈ ਤਿਵੇਂ ਚਲਾਵੈ, ਉਵੇਂ ਉਹ ਸੰਸਾਰ ਚਲਾਉਂਦਾ ਪਿਆ ਹੈ। ਜਿਵ ਹੋਵੈ ਫੁਰਮਾਨ, ਇਸ ਸੰਸਾਰ ਦੇ ਵਿੱਚ ਉਹ ਕੁਝ ਵਰਤਦਾ ਪਿਆ ਹੈ ਜਿਵੇਂ ਰੱਬ ਦਾ ਹੁਕਮ ਹੁੰਦਾ ਹੈ। ਕਈ ਵਾਰੀ ਮੈਨੂੰ ਯਾਦ ਆ, ਇੱਕ ਵਾਰੀ ਮੈਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਭਾਈ ਸਾਹਿਬ ਜੀ ਤੁਸੀਂ ਮੰਨਦੇ ਹੋ ਵੀ ਬ੍ਰਹਮਾ ਹੁੰਦਾ ਹੈ, ਤੁਸੀਂ ਮੰਨਦੇ ਹੋ ਵੀ ਵਿਸ਼ਨੂੰ ਹੁੰਦਾ ਹੈ, ਗੁਰਬਾਣੀ ਕੀ ਕਹਿੰਦੀ ਹੈ ਇਸ ਬਾਰੇ? ਤੇ ਦਾਸ ਨੇ ਉਦੋਂ ਉਹਨਾਂ ਨੂੰ ਜਵਾਬ ਦਿੱਤਾ ਸੀ ਕਿ ਬ੍ਰਹਮਾ ਹੁੰਦਾ ਹੈ ਕਿ ਨਹੀਂ ਹੁੰਦਾ ਇਹ ਮੈਟਰ ਹੀ ਨਹੀਂ ਕਰਦਾ। ਸਤਿਗੁਰੂ ਜੀ ਇਹਨਾਂ ਗੱਲਾਂ 'ਚ ਨਹੀਂ ਪਏ ਵੀ ਬ੍ਰਹਮਾ ਹੁੰਦਾ ਹੈ ਕਿ ਨਹੀਂ ਹੁੰਦਾ। ਉਹ ਸਤਿਗੁਰੂ ਜੀ ਨੇ ਤਾਂ ਉਹ ਜੱਬ ਹੀ ਨਿਬੇੜ ਤੇ। ਮਹਾਰਾਜ ਕਹਿੰਦੇ ਬਸ ਇੱਕ ਗੱਲ ਸਮਝ ਲਿਓ ਵੀ ਸਭ ਕੁਝ ਰੱਬ ਦੇ ਹੁਕਮ 'ਚ ਹੀ ਹੋ ਰਿਹਾ, ਰੱਬ ਹੀ ਸਾਰਾ ਕੁਝ ਕਰ ਲਿਆ, ਇਹ ਗੱਲ ਸਮਝ ਲਿਓ। ਤੇ ਜੇ ਰੱਬ ਕੁਝ ਸਾਰਾ ਕੁਝ ਕਰਦਾ ਪਿਆ ਫਿਰ ਬ੍ਰਹਮਾ ਹੋਵੇ ਨਾ ਹੋਵੇ ਸਾਨੂੰ ਕੀ ਮਤਲਬ? ਵੀ ਇੰਨੀ ਗੱਲ ਹੀ ਸਪਸ਼ਟ ਹੋ ਗਈ ਵੀ ਸੰਸਾਰ ਨੂੰ ਬਣਾਉਣ ਵਾਲਾ ਬ੍ਰਹਮਾ ਨਹੀਂ ਹੈਗਾ, ਫਿਰ ਹੋ ਕੇ ਵੀ ਤੁਰਿਆ ਫਿਰੇ, ਅਸੀਂ ਕੀ ਲੈਣਾ ਉਹਦੇ ਤੋਂ? ਤਾਂ ਮੈਟਰ ਹੀ ਨਹੀਂ ਕਰਦੇ ਉਹ ਹੈਗੇ ਕਿ ਨਹੀਂ ਹੈਗੇ। ਤਾਂ ਕਿਉਂ ਨਹੀਂ ਮੈਟਰ ਕਰਦਾ? ਕਿਉਂਕਿ ਮਹਾਰਾਜ ਕਹਿੰਦੇ ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਜਿਵੇਂ ਵਾਹਿਗੁਰੂ ਨੂੰ ਪਾਉਂਦਾ ਹੈ ਨਾ ਸਾਧ ਸੰਗਤ, ਉਵੇਂ ਹੀ ਸਾਰਾ ਕੁਝ ਇਸ ਸੰਸਾਰ ਤੇ ਹੁੰਦਾ ਪਿਆ, ਉਹਦਾ ਫੁਰਮਾਨ, ਉਹਦਾ ਹੁਕਮ ਹੀ ਚੱਲਦਾ ਪਿਆ ਹੈ। ਉਹ ਵੇਖੈ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਿਡਾਣ। ਪਰਮਾਤਮਾ ਤਾਂ ਸਾਰਿਆਂ ਨੂੰ ਵੇਖ ਰਿਹਾ ਹੈ, ਪਰ ਸਾਰੇ ਰੱਬ ਨੂੰ ਨਹੀਂ ਵੇਖ ਪਾਉਂਦੇ। ਵੀ ਰੱਬ ਸਾਰਿਆਂ ਨੂੰ ਵੇਖਦਾ ਪਿਆ ਪਰ ਰੱਬ ਨਹੀਂ ਦੇਖਦਾ ਪਿਆ। ਤੇ ਇੱਕ ਅਰਥ ਇਹ ਵੀ ਕੀਤੇ ਜਾਂਦੇ ਵੀ ਰੱਬ ਤਾਂ ਉਹਨਾਂ ਤਿੰਨਾਂ ਨੂੰ ਦੇਖਦਾ ਪਿਆ ਪਰ 3 ਰੱਬ ਨੂੰ ਨਹੀਂ ਦੇਖ ਪਾਉਂਦੇ। ਤੋ ਵੱਖ-ਵੱਖ ਵਿਦਵਾਨਾਂ ਦੇ ਅਰਥ ਮਿਲਦੇ। ਮਹਾਰਾਜ ਕਹਿੰਦੇ ਉਹ ਵੇਖੈ, ਵਾਹਿਗੁਰੂ ਤਾਂ ਵੇਖਦਾ ਹੈ ਸਾਰਿਆਂ ਨੂੰ, ਉਹਨਾਂ ਨਜ਼ਰ ਨਾ ਆਵੇ, ਪਰ ਹੋਰਾਂ ਨੂੰ ਵਾਹਿਗੁਰੂ ਨਜ਼ਰ ਨਹੀਂ ਆਉਂਦਾ, ਉਹ ਅੱਖਾਂ ਤੋਂ ਦੇਖ ਨਹੀਂ ਪਾਉਂਦੇ। ਬਹੁਤਾ ਇਹੋ ਵਿਡਾਣ, ਕਿੰਨੀ ਅਸਚਰਜ ਵਾਲੀ ਗੱਲ, ਹੈਰਾਨੀ ਵਾਲੀ ਗੱਲ ਹੈ ਜੀ। ਆਦੇਸ ਤਿਸੈ ਆਦੇਸ, ਨਮਸਕਾਰ ਹੈ ਉਸ ਪਰਮਾਤਮਾ ਨੂੰ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਜਿਹੜਾ ਪਰਮਾਤਮਾ ਸਾਰਿਆਂ ਦਾ ਮੁੱਢ ਹੈ, ਜਿਸ ਪਰਮਾਤਮਾ ਨੂੰ ਕੋਈ ਬਣਾ ਨਹੀਂ ਸਕਦਾ, ਜਿਹਦਾ ਕੋਈ ਮੁੱਢ ਨਹੀਂ, ਜਿਹਨੂੰ ਕੋਈ ਕਲੰਕ ਨਹੀਂ ਲੱਗਾ, ਜਿਹੜਾ ਕਦੀ ਖਤਮ ਨਹੀਂ ਹੁੰਦਾ, ਤੇ ਜਿਹੜਾ ਇੱਕ ਰਸ ਵਿਆਪਕ ਹੈ ਜੀ। ਆਸਣ ਲੋਏ ਲੋਏ ਭੰਡਾਰ। ਫਿਰ ਇਸ ਪ੍ਰਕਰਨ ਦੀ ਇਹ ਜਿਹੜੀ 31ਵੀਂ ਪੌੜੀ, ਆਸਣ ਲੋਏ ਲੋਏ ਭੰਡਾਰ। ਹੁਣ ਆ ਵੀ ਮਹਾਰਾਜ ਨੇ ਬੜੀ ਗਹਿਰੀ, ਭੰਡਾਰ ਤੋਂ ਭਾਵ ਉਹਦੇ ਭੰਡਾਰੇ ਜਿਹਦੇ ਵਿੱਚ ਮਹਾਰਾਜ ਨੇ ਦਾਤਾਂ ਪਾ ਕੇ ਰੱਖੀਆਂ ਹੋਈਆਂ। ਮਹਾਰਾਜ ਕਹਿੰਦੇ ਉਸ ਵਾਹਿਗੁਰੂ ਦਾ ਟਿਕਾਣਾ ਵੀ ਹਰ ਥਾਂ ਤੇ ਹੈ, ਉਹ ਤਾਂ ਹੈ ਹੀ, ਪਰ ਜਿਹੜੇ ਉਹਦੇ ਭੰਡਾਰੇ ਨੇ ਨਾ, ਉਹਦਾ ਟਿਕਾਣਾ ਵੀ ਹਰ ਭਵਨ 'ਚ ਹੈਗਾ ਹੈ। ਹਰ ਥਾਂ ਤੇ ਵਾਹਿਗੁਰੂ ਨੇ ਭੰਡਾਰੇ ਟਿਕਾਏ ਹੋਏ ਨੇ। ਇੱਥੋਂ ਤੱਕ ਜੀਵ ਦਾ ਜਨਮ ਬਾਅਦ ਵਿੱਚ ਹੁੰਦਾ ਹੈ, ਭੋਜਨ ਉਹ ਪਹਿਲਾਂ ਟਿਕਾ ਦਿੰਦਾ ਹੈ। ਤੁਸੀਂ ਵੇਖੋ
ਇੱਕ ਜੀਵ ਮਾਤਾ ਦੀ ਗਰਭ ਦੇ ਵਿੱਚ ਆ। ਜਦੋਂ ਇੱਕ ਬੱਚਾ ਜਨਮ ਲੈ ਲੈਂਦਾ ਹੈ ਉਦੋਂ ਤਾਂ ਉਹ ਰੋਂਦਾ ਹੈ ਵੀ ਮੈਨੂੰ ਭੁੱਖ ਲੱਗੀ ਆ। ਬੱਚੇ ਨੂੰ ਰੋਂਦਾ ਵੇਖ ਕੇ ਮਾਂ ਕਹਿ ਦਿੰਦੀ ਹੈ ਵੀ ਬੱਚੇ ਨੂੰ ਭੁੱਖ ਲੱਗੀ, ਇਹਨੂੰ ਦੁੱਧ ਪਿਆ ਦਿਓ। ਜਦੋਂ ਬੱਚਾ ਗਰਭ 'ਚ ਹੁੰਦਾ ਹੈ ਉਦੋਂ ਤਾਂ ਨਹੀਂ ਨਾ ਹੁਣ ਪਤਾ ਲੱਗਦਾ ਵੀ ਇਹਨੂੰ ਭੁੱਖ ਲੱਗੀ ਹੈ। ਤੇ ਗਰਭ ਦੇ ਵਿੱਚ ਵੀ ਰੱਬ ਨੇ ਉਹਦੇ ਖਾਣੇ ਦਾ ਪ੍ਰਬੰਧ ਕੀਤਾ ਹੋਇਆ ਹੈ। ਉਹਨੇ ਆਪਣੇ ਭੰਡਾਰੇ ਜਿਹੜੇ ਨੇ ਹਰ ਥਾਂ ਤੇ ਟਿਕਾਏ ਹੋਏ ਨੇ। ਪੱਥਰਾਂ ਵਿੱਚ ਕੀੜੇ ਰਹਿੰਦੇ ਨੇ, ਰੱਬ ਨੇ ਉਹਨਾਂ ਭੰਡਾਰਿਆਂ ਦਾ ਟਿਕਾਣਾ ਉੱਥੇ ਵੀ ਕੀਤਾ ਹੋਇਆ ਹੈ, ਪਾਣੀ 'ਚ ਕੀਤਾ ਹੋਇਆ ਹੈ। ਮਹਾਰਾਜ ਕਹਿੰਦੇ ਹਰ ਭਵਨ ਦੇ ਵਿੱਚ ਉਹਨੇ ਆਪਣੇ ਭੰਡਾਰੇ ਜਿਹੜੇ ਨੇ, ਦਾਤਾਂ ਦੇ ਭੰਡਾਰੇ ਜਿਹੜੇ ਉਹ ਟਿਕਾਏ ਹੋਏ ਨੇ। ਇੱਥੋਂ ਤੱਕ ਦੇਖਣ ਵਿੱਚ ਮਿਲਦਾ ਹੈ ਸਾਧ ਸੰਗਤ, ਕੱਛੂ ਕੰਮੀ ਰਹਿੰਦੀ ਪਾਣੀ ਵਿੱਚ ਆ, ਪਰ ਉਹਦੇ ਆਂਡੇ ਜਿਹੜੇ ਉਹ ਰੇਤਾ 'ਚ ਪਏ ਹੁੰਦੇ ਨੇ। ਹੁਣ ਕੱਛੂ ਕੰਮੀ ਪਾਣੀ 'ਚ ਹੈ ਤੇ ਆਂਡੇ ਬਾਹਰ ਰੇਤਾ 'ਚ ਪਏ ਹੋਏ ਨੇ, ਤੇ ਰੱਬ ਨੇ ਉੱਥੇ ਵੀ ਉਹਨਾਂ ਦੇ ਖਾਣੇ ਦਾ ਪ੍ਰਬੰਧ ਕਰ ਦਿੱਤਾ ਹੈ। ਹੁਣ ਤੁਸੀਂ ਦੇਖੋ ਇਹਦੇ ਤੋਂ ਭਾਵ ਕੀ ਹੈ ਕਿ ਜਿਹੜੇ ਵਾਹਿਗੁਰੂ ਜੀ ਨੇ ਭੰਡਾਰੇ ਜਿਹੜੇ ਨੇ ਉਹ ਹਰ ਥਾਂ ਤੇ ਆਸਣ ਆਸਣ ਤੋਂ ਭਾਵ ਟਿਕਾਣਾ, ਲੋਹੇ ਤੋਂ ਭਾਵ ਹਰ ਭਵਨ ਵਿੱਚ ਕਿਹਦਾ ਟਿਕਾਣਾ? ਹਰ ਭਵਨ 'ਚ ਭੰਡਾਰ, ਉਹਦੇ ਜਿਹੜੇ ਭੰਡਾਰੇ ਨੇ ਵਾਹਿਗੁਰੂ ਦੀਆਂ ਦਾਤਾਂ ਦੇ ਜਿਹੜੇ ਭੰਡਾਰੇ ਨੇ ਉਹਦਾ ਟਿਕਾਣਾ ਹਰ ਭਵਨ ਹਰ ਜਗ੍ਹਾ ਤੇ ਹੈ ਜੀ। ਜੋ ਕਿਛ ਪਾਇਆ ਸੋ ਏਕਾ ਵਾਰ। ਤੇ ਉਹਨਾਂ ਭੰਡਾਰਿਆਂ ਵਿੱਚ ਉਸ ਵਾਹਿਗੁਰੂ ਨੇ ਦਾਤਾਂ ਇੱਕੋ ਵਾਰੀ ਪਾਤੀਆਂ ਹੈ। ਇਹ ਨਹੀਂ ਵੀ ਹੁਣ ਆਪਣੇ ਤਾਂ ਇੰਜ ਹੋ ਜਾਂਦਾ ਹੈ ਨਾ ਵੀ ਇੱਕ ਵਾਰੀ ਡੱਬਾ ਭਰ ਲਿਆ ਆਟੇ ਦਾ ਤੇ 10 ਕੁ ਦਿਨਾਂ ਬਾਅਦ ਮੁੱਕ ਗਿਆ ਤੇ ਅਸੀਂ ਕਹਿੰਦੇ ਇੱਕ ਵਾਰੀ ਫੇਰ ਭਰ ਦਿਓ। ਆਪਣੇ ਤਾਂ ਇੰਜ ਹੋ ਜਾਂਦਾ ਹੈ, ਪਰ ਰੱਬ ਵਾਰੀ ਇੰਜ ਨਹੀਂ ਹੁੰਦਾ। ਇਹ ਨਹੀਂ ਵੀ ਰੱਬ ਨੇ ਇੱਕ ਵਾਰੀ ਦਾਤਾਂ ਪਾਈਆਂ ਫਿਰ ਭੰਡਾਰੇ ਖਤਮ ਹੋ ਗਏ, ਰੱਬ ਨੂੰ ਦੁਬਾਰਾ ਪਾਉਣੀਆਂ ਪੈਂਦੀਆਂ। ਨਹੀਂ ਨਹੀਂ, ਉਹਨੇ ਜਿੰਨੀਆਂ ਦਾਤਾਂ ਜਿਹੜੀਆਂ ਨੇ ਇੱਕੋ ਵਾਰੀ ਪਾਤੀਆਂ ਹੈ ਤੇ ਉਹ ਮੁੱਕਣ ਤੇ ਹੀ ਨਹੀਂ ਆਉਣੀਆਂ ਤੇ ਨਾ ਮੁੱਕ ਸਕਦੀਆਂ ਹੈ। ਮਹਾਰਾਜ ਕਹਿੰਦੇ ਜੋ ਕਿਛ ਪਾਇਆ ਸੋ ਏਕਾ ਵਾਰ। ਉਹਨੇ ਜਿਹੜੀਆਂ ਦਾਤਾਂ ਜਿੰਨੀਆਂ ਪਾਈਆਂ ਇੱਕੋ ਵਾਰੀ ਪਾਤੀਆਂ ਹੈ ਤੇ ਉਹਦੇ 'ਚ ਤੋਟ ਕਦੀ ਆ ਹੀ ਨਹੀਂ ਸਕਦੀ। ਤੋਂ ਮਹਾਰਾਜ ਕਹਿੰਦੇ ਉਹਨੇ ਜਿਹੜੇ ਆਪਣੇ ਭੰਡਾਰਿਆਂ ਦਾ ਟਿਕਾਣਾ ਹਰ ਥਾਂ ਤੇ ਕੀਤਾ ਹੈ ਤੇ ਉਹਦੇ ਵਿੱਚ ਜੋ ਕੁਝ ਪਾਇਆ ਹੈ ਉਹ ਇੱਕੋ ਵਾਰੀ ਹੀ ਪਾ ਦਿੱਤਾ ਹੈ। ਕਰ ਕਰ ਵੇਖੈ ਸਿਰਜਣਹਾਰ। ਉਹ ਪਰਮਾਤਮਾ ਫਿਰ ਸਾਰੀ ਸ੍ਰਿਸ਼ਟੀ ਨੂੰ ਬਣਾਉਂਦਾ ਹੈ, ਫਿਰ ਆਪ ਹੀ ਉਹਨੂੰ ਵੇਖਦਾ ਹੈ, ਆਪ ਹੀ ਉਹਦੀ ਸੰਭਾਲ ਕਰਦਾ ਹੈ ਜੀ। ਨਾਨਕ ਸੱਚੇ ਕੀ ਸਾਚੀ ਕਾਰ। ਉਸ ਸੱਚੇ ਸਦੀਵੀ ਰਹਿਣ ਵਾਲੇ ਪ੍ਰਮਾਤਮਾ ਦੀ ਕਾਰ ਵੀ ਜੋ ਕੁਝ ਕਰਦਾ ਉਹ ਵੀ ਸੱਚ ਹੈ, ਉਹ ਵੀ ਸੱਚਾ ਹੈ, ਉਹ ਵੀ ਸਦਾ ਅਟਲ ਹੈ ਜੀ। ਆਦੇਸ ਤਿਸੈ ਆਦੇਸ। ਨਮਸਕਾਰ ਹੈ ਮੇਰੇ ਵਾਹਿਗੁਰੂ ਜੀ ਨੂੰ। ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਜਿਹੜਾ ਵਾਹਿਗੁਰੂ ਸਾਰਿਆਂ ਦਾ ਮੁੱਢ ਹੈ, ਜਿਹਨੂੰ ਕਦੀ ਕੋਈ ਕਲੰਕ ਨਹੀਂ ਲੱਗਦਾ, ਜਿਸ ਵਾਹਿਗੁਰੂ ਜੀ ਦਾ ਕੋਈ ਮੁੱਢ ਨਹੀਂ ਤੇ ਜਿਹਨੂੰ ਕੋਈ ਖਤਮ ਨਹੀਂ ਕਰ ਸਕਦਾ, ਜਿਹੜਾ ਹਰ ਯੁੱਗ ਵਿੱਚ ਹਰ ਵਾਰ ਇੱਕੋ ਰਸ ਵਿਆਪਕ ਹੈ, ਜਿਹੜਾ ਬਦਲਦਾ ਨਹੀਂ, ਉਸ ਵਾਹਿਗੁਰੂ ਨੂੰ ਨਮਸਕਾਰ ਹੈ ਸਤ ਸੰਗਤ। ਤੋਂ ਇਹ 4 ਪੌੜੀਆਂ ਦੀ ਜਿਹੜੀ ਬਿਲਕੁਲ ਸੰਖੇਪ, ਹਾਲਾਂਕਿ ਇਹ ਜਪਜੀ ਸਾਹਿਬ ਦੇ ਸ਼ੁਰੂ ਵਿੱਚ ਮੈਂ ਆਰੰਭ ਦੇ ਵਿੱਚ ਇਹ ਬੇਨਤੀ ਕੀਤੀ ਸੀ ਸਤ ਸੰਗਤ ਕਿ ਜਪਜੀ ਸਾਹਿਬ ਦੀ ਵਿਆਖਿਆ ਤਾਂ ਪੂਰਾ ਗੁਰੂ ਗ੍ਰੰਥ ਸਾਹਿਬ ਕਰਦਾ ਪਿਆ ਹੈ, ਤੇ ਨਾਲ ਦਾਸ ਨੇ ਬੇਨਤੀ ਕੀਤੀ ਸੀ ਕਿ ਸਭ ਤੋਂ ਔਖੀ ਬਾਣੀ ਹੈ ਜਪਜੀ ਸਾਹਿਬ। ਇਹਦੀ ਵਿਆਖਿਆ ਸਭ ਤੋਂ ਔਖੀ ਹੈ। ਪਤਾ ਕਿਉਂ? ਕਿਉਂਕਿ ਤੁਸੀਂ ਆਪ ਹੀ ਸੋਚ ਕੇ ਵੇਖੋ ਨਾ ਵੀ ਜਿਹੜੀ ਬਾਣੀ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਤੱਤ ਭਾਵ ਹੋਵੇ, ਭਾਵ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਕਨਸੈਪਟ ਜਿਹੜੇ ਨੇ ਉਹ ਇਸ ਬਾਣੀ 'ਚ ਆਉਂਦੇ ਹੋਣ, ਕਿੱਡੀ ਔਖੀ ਹੋਊਗੀ। ਭਾਵ ਉਹਨਾਂ 38 ਪੌੜੀਆਂ ਦੇ ਵਿੱਚ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਵਿਚਾਰ ਕਰਨੀ ਹੈ, ਸਾਰੇ ਕਨਸੈਪਟ ਦੀ ਵਿਚਾਰ ਕਰਨੀ ਹੈ। ਤੇ ਸਾਡੇ ਵਰਗੇ ਤੁੱਛ ਜੀਵ ਕੋਲ ਕੀ ਸਮਰੱਥਾ ਕਿ ਉਹਦੀ ਵਿਚਾਰ ਕਰ ਸਕੀਏ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਵੀ ਜਪਜੀ ਸਾਹਿਬ ਦੀ ਵਿਆਖਿਆ ਕਰਕੇ ਕਿਹਾ ਸੀ ਨਾ ਕਿ ਇਹਦੀ ਵਿਆਖਿਆ ਤਾਂ ਗੁਰੂ ਨਾਨਕ ਹੀ ਜਾਣੇ। ਤੋ ਸੱਚੀ ਗੱਲ ਹੈ ਸਾਧ ਸੰਗਤ, ਗੁਰੂ ਨਾਨਕ ਹੀ ਜਾਣੇ ਦੀ ਕੀ ਵਿਆਖਿਆ ਹੈ, ਸਾਡੇ ਵਰਗੇ ਤੁੱਛ ਜੀਵ ਕੀ ਕਰ ਸਕਦੇ ਨੇ। ਬੜੇ ਗਹਿਰੇ ਅਰਥ ਨੇ। ਵੈਸੇ ਵੀ ਜਿੰਨੀ ਕੁ ਸਾਨੂੰ ਮੱਤ ਹੈ ਵੀ ਇਹ ਹੋਰ ਡਿਟੇਲ ਮੰਗਦਾ ਹੈ, ਪਰ ਇੰਨੀ ਡਿਟੇਲ ਦੇ ਕੇ ਵੀ ਜੇ ਕਹੀਏ ਵੀ ਇਹਦੀ ਵਿਆਖਿਆ ਕਰਤੀ ਨਹੀਂ ਹੋ ਸਕਦੀ, ਬੜੀ ਅਥਾਹ ਹੈ। ਤੋ ਖੈਰ ਸਾਧ ਸੰਗਤ, ਇਹਨਾਂ 4 ਪੌੜੀਆਂ ਦੀ ਵਿਆਖਿਆ ਕੀਤੀ ਹੈ। ਅਗਲੀਆਂ ਪੌੜੀਆਂ ਦੀ ਵਿਆਖਿਆ ਫਿਰ ਆਪਾਂ ਅਗਲੇ ਸਮਾਗਮ ਵਿੱਚ ਕਰਾਂਗੇ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ਿੰਦ ਹਨ, ਬਖਸ਼ ਲੈਣ ਜੀ। ਆਓ ਆਖਰੀ 2 ਤੁਕਾਂ ਪੜ੍ਹ ਕੇ ਫਤਿਹ ਵਿੱਚ ਹਾਜ਼ਰੀ ਭਰੀਏ ਜੀ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।